ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਗੱਲਾਂ ਬਾਤਾਂ ਕਰਨੀਆਂ। ਸਰੀ ਦੇ ਵਿੱਚ ਇੱਕ ਔਰਤ ਦੀ ਵੈਨ ਦੇ ਨਾਲ ਐਕਸੀਡੈਂਟ ਨਾਲ ਮੌਤ ਹੋਈ ਸੀ। ਉਸ ਮੌਤ ਦੇ ਮਾਮਲੇ ਵਿੱਚ ਐਮਾਜ਼ੋਨ ਕੰਪਨੀ ਦਾ ਨਾਂ ਆ ਰਿਹਾ। ਇਹਦੇ ਬਾਰੇ ਗੱਲਬਾਤ ਕਰਾਂਗੇ। ਜਦੋਂ ਦਾ ਬਾਰਡਰ ਖੁੱਲ੍ਹਿਆ ਬਹੁਤ ਸਾਰੇ BC ਨਿਵਾਸੀ ਅਮਰੀਕਾ ਜਾ ਰਹੇ ਨੇ ਗਰੋਸਰੀ ਲੈਣ, ਦੂਜੀਆਂ ਚੀਜ਼ਾਂ ਲੈਣ, ਉੱਥੇ ਪਰੇਸ਼ਾਨੀ ਹੋ ਰਹੀ ਹੈ। ਕੀ ਮਾਮਲਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਕੋਵਿਡ ਬਾਰੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇੱਕ ਤਾਂ ਸਾਡੇ ਕੋਲ ਸਰਕਾਰੀ ਅੰਕੜੇ ਆਉਂਦੇ ਆ, ਦੂਜਾ ਇੱਕ ਕੰਪਨੀ ਨੇ ਸਰਵੇ ਕੀਤਾ ਜਿਹਦੇ 'ਚੋਂ ਨਵੀਆਂ ਗੱਲਾਂ ਸਾਹਮਣੇ ਆਈਆਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਘਰਾਂ ਦੀ ਮਾਰਕੀਟ ਬਾਰੇ ਅੱਜ ਆਪਾਂ ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਹੋਣ ਨਾਲ ਵੀ ਗੱਲਬਾਤ ਕਰਨੀ ਹੈ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਮਾਰਚ ਮਹੀਨੇ ਦੇ ਵਿੱਚ ਦੱਸਦੇ ਆ ਕੈਨੇਡਾ ਦੇ ਵਿੱਚ ਘਰਾਂ ਦੀ ਸੇਲ ਘਟ ਗਈ ਆ। ਬਰਨਬੀ BC ਦੇ ਵਿੱਚ ਬੇਘਰਿਆਂ ਦੇ ਲਈ ਇੱਕ ਖਾਸ ਸਹੂਲਤ ਦਿੱਤੀ ਗਈ ਹੈ। ਉਹ ਸਹੂਲਤ ਕੀ ਹੈ? ਰੂਸ ਯੂਕਰੇਨ ਯੁੱਧ ਬਾਰੇ ਅਪਡੇਟ ਕਿ ਇਸ ਵੇਲੇ ਗੱਲਬਾਤ ਕਿੱਥੇ ਕੁ ਪਹੁੰਚਿਆ, ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਪਹਿਲੀ ਖਬਰ ਸਰੀ ਨਾਲ ਸੰਬੰਧਿਤ। ਸਰੀ ਦੇ ਵਿੱਚ 15 ਦਸੰਬਰ 2020 ਨੂੰ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਪਰਮਜੀਤ ਕੌਰ, ਜਿਹਦੀ ਉਮਰ 47 ਸਾਲ ਸੀ, ਨਿਊਟਨ ਇਲਾਕੇ ਦੇ ਵਿੱਚ ਉਹਦੀ ਮੌਤ ਹੋ ਗਈ ਸੀ। ਬੈਲ ਆਰਟ ਸੈਂਟਰ ਦੇ ਨੇੜੇ 144 ਸਟਰੀਟ ਦੇ ਉੱਤੇ ਤੇ 61A ਐਵਨਿਊ ਦੇ ਨੇੜੇ ਇੱਕ ਵੈਨ ਖੜੀ ਸੀ। ਵੈਨ ਤੁਰ ਪਈ ਜਿਹਦੇ ਵਿੱਚ ਡਰਾਈਵਰ ਨਹੀਂ ਸੀ। ਉਹ ਵੈਨ ਉੱਧਰ ਨੂੰ ਆ ਗਈ ਆਪਣੀ ਬੱਚੀਆਂ ਦੇ ਨਾਲ। ਉਹ ਉਸ ਵੇਲੇ ਉੱਥੇ ਸਾਈਡ ਵਾਕ ਦੇ ਉੱਤੇ ਤੁਰ ਰਹੀ ਸੀ ਕਿ ਵੈਨ ਬੱਚੀ ਦੇ ਉੱਤੇ ਚੜ੍ਹਨ ਲੱਗੀ ਸੀ। ਉਹਨੇ ਆਪਣੀ ਬੱਚੀ ਨੂੰ ਧੱਕਾ ਦੇ ਕੇ ਪਰੇ ਕਰ ਦਿੱਤਾ ਅਤੇ ਵੈਨ ਉਸ ਔਰਤ ਦੇ ਉੱਤੇ, ਪਰਮਜੀਤ ਕੌਰ ਦੇ ਉੱਤੇ ਚੜ੍ਹ ਗਈ ਅਤੇ ਉਹਦੀ ਜਾਨ ਚਲੀ ਗਈ। ਇੱਕ ਬਹੁਤ ਦੁਖਦਾਈ ਹਾਦਸਾ 15 ਦਸੰਬਰ 2020 ਨੂੰ ਵਾਪਰਿਆ ਸੀ, ਜਿਹਨੇ ਸਾਰੇ ਭਾਈਚਾਰੇ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਸੀ। ਹੁਣ ਉਸ ਮਾਮਲੇ ਦੇ ਵਿੱਚ ਇੱਕ ਨਵੀਂ ਗੱਲਬਾਤ ਸਾਹਮਣੇ ਆਈ ਆ। ਉਹਨਾਂ ਦੇ ਪਰਿਵਾਰ ਨੇ ਜਿਹੜਾ ਕੇਸ ਫਾਈਲ ਕੀਤਾ ਆ, ਉਸ ਮਾਮਲੇ ਦੇ ਵਿੱਚ RCMP ਇਨਵੈਸਟੀਗੇਸ਼ਨ ਕਰ ਰਹੀ ਹੈ ਅਤੇ ਐਮਾਜ਼ੋਨ ਦਾ ਨਾਂ ਉਸ ਕੇਸ ਦੇ ਵਿੱਚ ਆਇਆ BC ਸੁਪਰੀਮ ਕੋਰਟ ਦੇ ਸਿਵਲ ਕਲੇਮ ਦੇ ਵਿੱਚ ਕਿ ਐਮਾਜ਼ੋਨ ਕੰਪਨੀ ਵੀ ਇਹਦੇ ਲਈ ਜ਼ਿੰਮੇਦਾਰ ਆ। ਉਹਨਾਂ ਨੇ ਇਹਦੀ ਜ਼ਿੰਮੇਵਾਰ ਉਹਨਾਂ ਨੂੰ ਠਹਿਰਾਇਆ ਗਿਆ ਇਸ ਮਾਮਲੇ ਦੇ ਵਿੱਚ। ਇਸ ਦਰਦਨਾਕ ਹਾਦਸੇ ਦੇ ਵਿੱਚ ਜਦੋਂ ਉਹ ਟਵਿਨ ਡਾਟਰ ਸੀਗੀਆਂ ਜਿਨ੍ਹਾਂ ਦੇ ਨਾਲ ਉਹ ਨਿਊਟਨ ਨੇਬਰਹੁੱਡ ਦੇ ਵਿੱਚ 15 ਦਸੰਬਰ 2020 ਨੂੰ ਸੈਰ ਕਰ ਰਹੀ ਸੀ, ਤਾਂ ਉਹਦੇ ਇਸ ਬਹਾਦਰੀ ਭਰੇ ਕਾਰਨਾਮੇ ਦੇ ਲਈ ਅਜੇ ਤੱਕ ਵੀ ਪ੍ਰਸ਼ੰਸਾ ਹੋ ਰਹੀ ਆ। ਲੋਕ ਯਾਦ ਵੀ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਉਹਨੇ ਆਪਣੇ ਬੱਚੇ ਨੂੰ ਬਚਾ ਲਿਆ, ਪਰ ਉਹਦੀ ਆਪਣੀ ਜਾਨ ਚਲੀ ਗਈ। ਜਿਹੜੀ ਨਿਊਜ਼ ਰਿਲੀਜ਼ ਆਈ ਆ ਹੁਣ ਸਰੀ RCMP ਵੱਲੋਂ, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਉਸ ਵੇਲੇ ਇਹ ਨਿਊਜ਼ ਰਿਲੀਜ਼ ਸੀਗੀ ਕਿ ਅਨਆਕੂਪਾਈਡ ਕਾਰਗੋ ਵੈਨ ਸੀਗੀ, ਉਹ ਤੁਰਨਾ ਸ਼ੁਰੂ ਹੋ ਗਈ ਸੀ, ਰੋਲ ਹੋ ਗਈ ਸੀ ਅਤੇ 144 ਸਟਰੀਟ ਤੇ 61A ਐਵਨਿਊ ਦੇ ਉੱਤੇ ਸਾਈਡ ਬਾਗ ਦੇ ਉੱਤੇ ਚਾਹ ਕੇ ਇਹਨਾਂ ਦੇ ਉੱਤੇ ਆ ਕੇ ਵੱਜੀ ਸੀ। ਅਤੇ ਹੁਣ ਇਸ ਵੇਲੇ ਜਿਹੜਾ ਲੀਗਲ ਐਕਸ਼ਨ ਲਿਆ ਜਾ ਰਿਹਾ ਆ, ਜਿਹਦੇ ਵਿੱਚ ਉਹਨਾਂ ਦੇ ਹਸਬੈਂਡ ਲੀਗਲ ਐਕਸ਼ਨ ਲੈ ਰਹੇ ਆ, ਡਰਾਈਵਰ ਉਸ ਵੈਨ ਦਾ। ਇਸੇ ਤਰ੍ਹਾਂ ਜਿਹੜੇ ਅੰਪਲੋਇਰ ਸੀਗੀ ਉਸ ਟਾਈਮ ਦੇ ਉੱਤੇ ਇਸ ਗੱਲ ਕਰਕੇ ਵੀ ਇਹਨਾਂ ਦੀ ਗਲਤੀ ਸੀਗੀ, ਇਹਨਾਂ ਦੀ ਲਾਪਰਵਾਹੀ ਕਰਕੇ ਇਹ ਸਾਰਾ ਕੁਛ ਵਾਪਰਿਆ। ਇਹ ਡੈਮੇਜ ਜਿਹੜਾ ਵੈਨ ਦਾ ਡਰਾਈਵਰ ਜੋ ਕੋਰੀਅਨ ਉਹਦਾ ਨਾਂ ਆ, ਐਮਾਜ਼ੋਨ ਕੰਪਨੀ ਅਤੇ 2 ਲੌਜਿਸਟਿਕਸ, ਇਹਨਾਂ ਚਾਰਾਂ ਦੇ ਉੱਤੇ ਹੁਣ ਨਾਂ ਆ ਰਿਹਾ। ਲੌਜਿਸਟਿਕ ਕੰਪਨੀਜ਼ ਜਿਹੜੀਆਂ ਸੀਗੀਆਂ ਫਾਸਟ ਨੈਸ਼ਨਲ ਲੀਜ਼ਿੰਗ ਲਿਮਟਿਡ ਅਤੇ ਡੈਮੀ ਲੌਜਿਸਟਿਕ ਲਿਮਟਿਡ, ਇਹਨਾਂ ਦੇ ਸਮੇਤ ਉਹ ਡਰਾਈਵਰ ਅਤੇ ਨਾਲ ਹੀ ਐਮਾਜ਼ੋਨ, ਇਹਨਾਂ ਦੇ ਉੱਤੇ ਹੁਣ ਸਾਰੀ ਗੱਲਬਾਤ ਇਸ ਵੇਲੇ ਆ ਰਹੀ ਆ। ਉਹਨਾਂ ਦੀ ਜਿਹੜੀ ਬੱਚੀ ਸੀਗੀ ਉਹ ਵੀ ਇਸ ਕੇਸ ਦੇ ਵਿੱਚ ਹੁਣ ਹੈਗੀ ਆ, ਕਿਉਂਕਿ ਸਾਰਾ ਕੁਛ ਜੇ ਇਸ ਦੁੱਖ ਦੇ ਵਿੱਚੋਂ ਲੰਘਣਾ ਪਿਆ, ਉਹ ਬੱਚੀ ਨੂੰ ਵੀ ਉਸ ਦੁੱਖ ਦੇ ਵਿੱਚੋਂ ਲੰਘਣਾ ਪਿਆ। ਅਤੇ ਕਿਹਾ ਇਹ ਗਿਆ ਜਿਹੜਾ ਲਾਸੂਟ ਆ ਉਹਦੇ ਵਿੱਚ ਐਲੀਗੇਸ਼ਨ ਇਹ ਆ ਕਿ ਜਿਹੜਾ ਡਰਾਈਵਰ ਸੀ ਉਹਨੇ ਮੌਕੇ ਦੇ ਉੱਤੇ ਕੋਈ ਵੀ ਜ਼ਰੂਰੀ ਕਦਮ ਨਹੀਂ ਚੁੱਕਿਆ ਇਸ ਐਕਸੀਡੈਂਟ ਨੂੰ ਬਚਾਉਣ ਦੇ ਲਈ। ਉਹਦਾ ਕਸੂਰ ਇਹ ਸੀ ਕਿ ਉਹਨੇ ਉਸ ਮੌਕੇ 'ਤੇ ਕਦਮ ਚੱਕਿਆ ਨਹੀਂ, ਉਹ ਬਚਾਉਣ ਦੇ ਵਿੱਚ ਨਾਕਾਮਯਾਬ ਰਿਹਾ। ਅਤੇ ਇੰਪਲੋਇਰ ਦਾ ਕਸੂਰ ਇਹ ਸੀ ਕਿ ਉਹਨਾਂ ਨੇ ਉਹਨੂੰ ਟ੍ਰੇਨ ਹੀ ਨਹੀਂ ਕੀਤਾ ਕਿ ਕੰਮ ਕਿਸ ਤਰ੍ਹਾਂ ਕਰਨਾ ਅਤੇ ਇਹਨੂੰ ਕਿੱਦਾਂ ਬਚਾਅ ਕਰਨਾ। ਇਹ ਵੀ ਕਿਹਾ ਗਿਆ ਕਿ ਹੁਣ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਕਿ ਜਿਹੜੀ ਵੈਨ ਉਸ ਵੇਲੇ ਪਾਰਕ ਕੀਤੀ ਸੀਗੀ, ਇਲੀਗਲੀ ਪਾਰਕ ਕੀਤੀ ਸੀਗੀ, ਉਲਟ ਰਸਤੇ ਨੂੰ ਪਾਰਕ ਕੀਤੀ ਸੀਗੀ ਸਟਰੀਟ ਦੇ ਉੱਤੇ, ਅਤੇ ਉਹਦੇ ਵਿੱਚ ਨਾ ਕੋਈ ਐਮਰਜੈਂਸੀ ਬ੍ਰੇਕ ਲਾਈਆਂ ਸੀ ਉਹਨਾਂ ਨੇ, ਨਾ ਪਾਰਕ ਦੇ ਵਿੱਚ ਉਹਨੂੰ ਪਾਇਆ ਸੀ ਇਹ ਤੋਂ ਪਹਿਲਾਂ ਕਿ ਉਹ ਡਰਾਈਵਰ ਉਹਦੇ ਤੋਂ ਬਾਹਰ ਆਉਂਦਾ। ਉਹਨੂੰ ਇਸੇ ਤਰ੍ਹਾਂ ਹੀ ਵੈਨ ਨੂੰ ਖੜੀ ਕਰਕੇ ਚਲਿਆ ਗਿਆ ਅਤੇ ਜਿਹਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਹ ਵੀ ਕਿਹਾ ਗਿਆ ਕਿ ਜਿਹੜਾ ਡਰਾਈਵਰ ਸੀ ਉਹਦੀ ਜਿਹੜੀ ਇੰਪੇਅਰਡ ਸੀਗਾ ਉਹ ਉਸ ਵੇਲੇ, ਮਤਲਬ ਜਾਂ ਤਾਂ ਉਹਨੇ ਕੋਈ ਨਸ਼ਾ ਕੀਤਾ ਸੀ, ਜਾਂ ਸ਼ਰਾਬ ਪੀਤੀ ਸੀ, ਜਾਂ ਉਹਨੂੰ ਵੈਸੇ ਥਕਾਵਟ ਸੀਗੀ, ਜਾਂ ਉਹਦਾ ਕੋਈ ਮੈਡੀਕਲ ਕਾਰਨ ਸੀਗਾ,
ਕੋਈ ਨਾ ਕੋਈ ਜਾਂ ਕੋਈ ਹੋਰ ਕਾਰਨ ਸੀਗਾ ਜਿਹਦੇ ਕਰਕੇ ਉਹ ਪੂਰਾ ਉਸ ਵੇਲੇ ਸਤਰਕ ਨਹੀਂ ਸੀ। ਇਹ ਵੀ ਦੋਸ਼ ਇਸ ਵੇਲੇ ਲਾਏ ਗਏ ਆ। ਇਸ ਮਾਮਲੇ ਦੇ ਵਿੱਚ ਹੁਣ ਜਦੋਂ ਕਿ ਐਮਾਜ਼ੋਨ ਦਾ ਨਾਂ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਗਿਆ ਤਾਂ ਹਜੇ ਤੱਕ ਐਮਾਜ਼ੋਨ ਨੇ ਕੋਈ ਵੀ ਸਟੇਟਮੈਂਟ ਫਾਈਲ ਨਹੀਂ ਕੀਤੀ ਆਪਣੇ ਡਿਫੈਂਸ ਦੇ ਵਿੱਚ, ਨਾ ਹੀ ਉਹਨਾਂ ਨੇ ਕਿਸੇ ਕੋਈ ਐਲੀਗੇਸ਼ਨ ਜਿਹੜਾ ਉਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਅਜੇ ਤੱਕ ਪ੍ਰੂਵ ਕੀਤਾ ਗਿਆ। ਸਰੀ ਆਰਸੀਐਮਪੀ ਦੱਸ ਰਹੀ ਹੈ ਕਿ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀ ਆ ਅਤੇ ਅੱਗੇ ਇਹਦੇ ਜਿਹੜੇ ਹੈਗੇ ਆ ਉਹ ਚਾਰਜਸ ਕਿਹੜੇ ਕਿਹੜੇ ਲਾਏ ਜਾਂਦੇ ਆ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਡਰਾਈਵਰ ਸੀ ਉਸ ਵੇਲੇ ਉਹ ਇਹ ਸਾਰੀ ਇਨਵੈਸਟੀਗੇਸ਼ਨ ਦੇ ਦੌਰਾਨ ਪੂਰੀ ਤਰ੍ਹਾਂ ਕੋਆਪਰੇਟਿਵ ਆ, ਉਹਨੇ ਸਾਰਾ ਸਾਥ ਦਿੱਤਾ ਇਸ ਇਨਵੈਸਟੀਗੇਸ਼ਨ ਦੇ ਵਿੱਚ। ਦੇਖਣ ਵਾਲੀ ਗੱਲ ਆ ਕਿ ਇਹਦਾ ਕੀ ਖਾਮਿਆਜਾ ਕੀ ਭੁਗਤਣਾ ਪੈਂਦਾ ਇਹਨਾਂ ਨੂੰ, ਐਮਾਜ਼ਨ ਕੰਪਨੀ ਨੂੰ, ਲੌਜਿਸਟਿਕਸ ਜਿਹੜੇ ਦੋ ਸੀਗੀਆਂ ਕੰਪਨੀ ਉਹਨਾਂ ਨੂੰ, ਜਾਂ ਵੈਨ ਦੇ ਡਰਾਈਵਰ ਨੂੰ। ਪਰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਉਸ ਪਰਿਵਾਰ ਨੂੰ ਪਿਆ। ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਦਸੇ ਭਵਿੱਖ ਵਿੱਚ ਨਾ ਵਾਪਰਨ, ਇਹਦੀ ਛਾਣਬੀਣ ਹੋਣੀ ਜ਼ਰੂਰੀ ਹੈ ਅਤੇ ਜਿਹੜੀ ਹੋ ਰਹੀ ਹੈ। ਅੱਜ ਇੱਕ ਹੋਰ ਖਬਰ ਨੇ ਬਹੁਤ ਧਿਆਨ ਖਿੱਚਿਆ। ਪਿਛਲੇ ਵੀਕਐਂਡ ਦੇ ਉੱਤੇ ਬਹੁਤ ਸਾਰੇ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਅਮਰੀਕਾ ਦੇ ਵਿੱਚ ਆਪਣਾ ਗਰੋਸਰੀ ਲੈਣ, ਹੋਰ ਸਮਾਨ ਲੈਣ ਗਏ। ਕੈਨੇਡਾ ਅਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਇਹ ਇੱਕ ਆਮ ਵਰਤਾਰਾ ਆ। ਕੈਨੇਡਾ ਦੇ ਵਿੱਚ ਡੇਅਰੀ ਅਤੇ ਹੋਰ ਚੀਜ਼ਾਂ ਕੈਨੇਡਾ ਤੋਂ ਜਾਣ ਵਾਲੇ ਲੋਕਾਂ ਦੇ ਲਈ ਅਮਰੀਕਾ ਦੇ ਵਿੱਚ ਡੇਅਰੀ ਅਤੇ ਹੋਰ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਸਤੀਆਂ ਪੈਂਦੀਆਂ। ਇਹ ਗੈਸ ਡੇਅਰੀ ਲੈਣ ਦੇ ਲਈ ਅਕਸਰ ਯੂਨਾਈਟਿਡ ਸਟੇਟਸ ਦੇ ਵਿੱਚ ਜਾਂਦੇ ਰਹਿੰਦੇ ਆ, ਖਾਸ ਕਰ ਇੱਥੇ ਸਰੀ ਵਾਲੇ ਪਾਸਿਓਂ। ਇੱਥੇ ਬਹੁਤ ਕੁਛ ਪਹਿਲਾਂ ਇਸੇ ਤਰ੍ਹਾਂ ਚੱਲਦਾ ਸੀ, ਫਿਰ ਪੈਂਡੈਮਿਕ ਆ ਗਈ, ਆਉਣਾ ਜਾਣਾ ਮੁਸ਼ਕਲ ਹੋ ਗਿਆ। ਅਤੇ ਹੁਣ ਆਹ ਲੰਘੇ ਵੀਕਐਂਡ ਦੁਬਾਰਾ ਫਿਰ ਜਦੋਂ ਸਾਰਾ ਕੁਛ ਖੁੱਲ੍ਹਿਆ ਅਤੇ ਲੋਕਾਂ ਨੇ ਉਧਰਲੇ ਪਾਸੇ ਨੂੰ ਵਹੀਰਾਂ ਘੱਤ ਲਈਆਂ। ਅਤੇ ਜਿਹਦਾ ਉਧਰਲੇ ਪਾਸੇ ਦੇ ਲੋਕ ਜਾਣੀ ਵਾਟਕਮ ਕਮਿਊਨਿਟੀ ਦੇ ਲੋਕ ਬਲੇਨ ਵਾਲੇ ਪਾਸੇ, ਵਾਸ਼ਿੰਗਟਨ ਵਾਲੇ ਪਾਸੇ, ਅਮਰੀਕਾ ਵਾਲੇ ਪਾਸੇ ਅਜੇ ਵੀ ਇਸ ਗੱਲ ਦੇ ਉੱਤੇ ਬਹੁਤ ਸਾਰੇ ਫੇਸਬੁੱਕ ਦੇ ਉੱਤੇ ਉਹਨੇ ਇਤਰਾਜ਼ ਪ੍ਰਗਟ ਕੀਤੇ ਆ ਕਿ BC ਨਿਵਾਸੀ ਸਾਡੇ ਪਾਸੇ ਆ ਕੇ ਸਾਡੀਆਂ ਸਟੋਰਾਂ ਦਾ ਸਾਰਾ ਸਮਾਨ ਚੱਕ ਕੇ ਲੈ ਗਏ ਅਤੇ ਜਿਹੜੀਆਂ ਸਟਰੀਟਸ ਨੇ ਅਤੇ ਜਿਹੜੇ ਰੋਡ ਆ ਉਹ ਸਾਰੇ ਦੇ ਸਾਰੇ ਇਹਨਾਂ ਦੀਆਂ ਕਾਰਾਂ ਦੇ ਨਾਲ ਭਰੇ ਪਏ ਨੇ। ਲੋਕ ਇਸ ਗੱਲ ਤੋਂ ਪਰੇਸ਼ਾਨ ਵੀ ਆ ਕਿ ਸਾਨੂੰ ਸਾਡੇ ਲਈ ਸਮਾਨ ਚਾਹੀਦਾ, ਉਹ ਇੱਥੇ ਛੱਡ ਕੇ ਨਹੀਂ ਜਾਂਦੇ ਅਤੇ ਸਾਰੀਆਂ ਸ਼ੈਲਫਾਂ ਇੱਥੋਂ ਖਾਲੀ ਹੋ ਗਈਆਂ। ਦੂਜੇ ਪਾਸੇ ਇਹ ਵੀ ਆ ਕਿ ਉੱਥੋਂ ਦੇ ਜਿਹੜੇ ਬਲੇਨ ਦੇ ਡਿਪਟੀ ਮੇਅਰ ਆ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹੋਣਾ ਹੀ ਆ, ਕਿਉਂਕਿ ਸਾਡੀ ਬਹੁਤੀ ਇਕੋਨਮੀ ਵੀ ਇਹਨਾਂ ਦੇ ਉੱਤੇ ਨਿਰਭਰ ਕਰਦੀ ਆ, ਨਾ ਸਿਰਫ ਕੈਨੇਡਾ ਤੋਂ ਅਮਰੀਕਾ ਆ ਕੇ ਸ਼ੋਪਿੰਗ ਕਰਕੇ ਵਾਪਸ ਜਾਣ ਵਾਲਿਆਂ ਦੇ ਉੱਤੇ, ਸਗੋਂ ਜਿਹੜੇ ਲੋਕ ਅਮਰੀਕਾ ਤੋਂ ਕੈਨੇਡਾ ਆ ਰਹੇ ਆ ਉਹ ਰਸਤੇ ਵਿੱਚ ਇੱਥੇ ਰੁਕ ਕੇ ਜਦੋਂ ਸਮਾਨ ਖਰੀਦਦੇ ਆ ਉਹਨਾਂ ਦੇ ਉੱਤੇ ਵੀ। ਪਰ ਕਿਉਂਕਿ ਪੈਂਡੈਮਿਕ ਤੋਂ ਪਹਿਲਾਂ ਇਹ ਸਾਰਾ ਕੁਛ ਐਸੇ ਤਰੀਕੇ ਨਾਲ ਚੱਲਦਾ ਸੀ, ਹੁਣ ਉਹਦੇ ਵਰਗਾ ਹੋਣ ਦੇ ਲਈ ਅਜੇ ਲੋਕਾਂ ਨੂੰ ਯੂਜ਼ ਟੂ ਹੋਣ ਦੇ ਲਈ ਟਾਈਮ ਲੱਗੂਗਾ। ਉਸ ਇਲਾਕੇ ਦੇ ਵਿੱਚ, ਉਸ ਖਿੱਤੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਟ੍ਰੈਫਿਕ ਦੀ, ਭਾਵ ਥੋੜ੍ਹੇ ਟ੍ਰੈਫਿਕ ਦੀ ਆਦਤ ਪੈ ਚੁੱਕੀ ਆ। ਅਤੇ ਹੁਣ ਜਦੋਂ ਬਾਰਡਰ ਰਿਸਟ੍ਰਿਕਸ਼ਨਸ ਚੱਕੀਆਂ ਗਈਆਂ ਅਤੇ ਲੋਕਾਂ ਨੇ ਆਉਣਾ ਜਿਹੜਾ ਆਮ ਕਰ ਦਿੱਤਾ, ਅਤੇ ਕੁਦਰਤੀ ਆ ਵੀ ਇਹ ਸਮੱਸਿਆਵਾਂ ਸਾਹਮਣੇ ਆਉਣਗੀਆਂ। ਇੱਦਾਂ ਲੱਗਦਾ ਜਿਵੇਂ ਵਾਟਕਮ ਕਾਊਂਟੀ ਦੇ ਰੈਜ਼ੀਡੈਂਟਸ ਇੰਨਾ ਜ਼ਿਆਦਾ ਕੈਨੇਡੀਅਨ ਨੂੰ ਮਿਸ ਨਹੀਂ ਕਰ ਰਹੇ ਸੀ ਜਿੰਨਾ ਜ਼ਿਆਦਾ ਸੋਚਿਆ ਜਾ ਰਿਹਾ ਸੀ। ਫੇਸਬੁੱਕ ਤੇ ਕੁਛ ਕਮੈਂਟਸ ਤੋਂ ਇਹ ਗੱਲਬਾਤ ਸਾਹਮਣੇ ਆ ਰਹੀ ਆ। ਲੋਕ ਟ੍ਰੈਫਿਕ ਬਾਰੇ ਕੰਪਲੇਂਟ ਕਰ ਰਹੇ ਆ ਵੀ ਸਾਡੇ ਰਸ਼ ਬਹੁਤ ਹੋ ਗਿਆ, ਭੀੜ ਬਹੁਤ ਆ, ਜਿਹੜੀਆਂ BC ਬਲੋਕੇਡਸ ਹੈਗੇ ਆ। ਅਤੇ ਦੂਜਾ ਇਹਦੇ ਨਾਲ ਨਾਲ BC ਦੀਆਂ ਪਲੇਟਾਂ ਵਾਲੀਆਂ ਕਾਰਾਂ, ਉਹ ਕਹਿੰਦੇ ਸਾਰਿਆਂ ਦੀਆਂ ਸਾਰੀਆਂ ਲੇਨਾਂ ਰੁਕੀਆਂ ਪਈਆਂ। ਇਹਦੇ ਨਾਲ ਸਾਡੇ ਅਮਰੀਕਾ ਦੇ ਵਾਸ਼ਿੰਗਟਨ ਦੇ ਇੱਥੇ ਉਨੇ ਲੋਕ ਨਹੀਂ ਆ ਜਿੰਨੇ ਇਹ ਲੋਕ ਇੱਥੇ ਆਏ ਆ। ਇੱਕ ਬੰਦੇ ਨੇ ਫੇਸਬੁੱਕ ਦੇ ਉੱਤੇ ਇਹ ਵੀ ਲਿਖਿਆ ਕਿ ਇਹਨਾਂ ਨੇ ਸਾਡੇ ਸਟੋਰਾਂ ਦੀਆਂ ਸ਼ੈਲਵਸ ਖਾਲੀ ਕਰ ਦਿੱਤੀਆਂ ਅਤੇ ਸਾਨੂੰ ਸੰਕਟ ਦੇ ਵਿੱਚ ਛੱਡ ਦਿੱਤਾ ਕਿ ਰੱਬ ਕਰਕੇ ਇਹ ਇੱਕੋ ਇੱਕ ਚੀਜ਼ ਹੀ ਚੱਕਣ, ਭਾਵ ਸਾਡੇ ਲਈ ਵੀ ਕੁਛ ਇੱਥੇ ਛੱਡ ਜਾਣ। ਪਰ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਫੇਸਬੁੱਕ ਦੇ ਉੱਤੇ ਇਹਨਾਂ ਕਮੈਂਟਸ ਨੂੰ ਬੈਲੈਂਸ ਕੀਤਾ ਬਹੁਤ ਸਾਰੇ ਸੈਕਸ਼ਨਸ ਦੇ ਵਿੱਚ। ਉਹ ਕਹਿੰਦੇ ਅਸੀਂ ਘੱਟੋ ਘੱਟ ਖੁਸ਼ ਹਾਂ ਕਿ ਇਹ ਉਸ ਪੈਂਡੈਮਿਕ ਤੋਂ ਪਹਿਲਾਂ ਵਾਲੇ ਸਟਾਈਲ ਦਾ ਟ੍ਰੈਫਿਕ ਸਾਨੂੰ ਦੇਖਣ ਨੂੰ ਮਿਲ ਰਿਹਾ ਆ। ਅਤੇ ਦੂਜੀ ਗੱਲ, ਜਿਹੜੇ ਲੋਕਲ ਬਿਜ਼ਨਸ ਨੇ ਉਹਨਾਂ ਦਾ ਤਾਂ ਫਾਇਦਾ ਹੀ ਆ, ਉਹਨਾਂ ਦੀ ਇੱਕ ਬਹੁਤ ਵੱਡੀ ਹੈਲਪ ਹੋ ਰਹੀ ਆ। ਬਲੇਨ ਦੇ ਡਿਪਟੀ ਮੇਅਰ ਰਿਚਰਡ ਮੇ ਨੇ ਇਹ ਗੱਲਬਾਤ ਕਹੀ ਆ ਕਿ ਜਿਹੜਾ ਐਡਜਸਟਮੈਂਟ ਪੀਰੀਅਡ ਇੱਕ ਹੈਗਾ ਉਹਨੂੰ ਸਮਾਂ ਲੱਗੂਗਾ ਜਦੋਂ ਟ੍ਰੈਫਿਕ ਪਹਿਲਾਂ ਵਰਗਾ ਹੋਊਗਾ, ਕਿਉਂਕਿ 2 ਸਾਲ ਤੋਂ ਲੋਕਾਂ ਨੂੰ ਇਸ ਚੀਜ਼ ਦੀ ਆਦਤ ਪੈ ਚੁੱਕੀ ਆ। ਅਤੇ ਹੁਣ ਰੈਗੂਲਰ ਵੀਕਐਂਡ ਟਰੈਵਲ ਜਿਹੜਾ ਉਸੇ ਤਰ੍ਹਾਂ ਹੋਇਆ ਕਰਨਾ ਜਿੱਦਾਂ ਪਹਿਲਾਂ ਹੁੰਦਾ ਸੀ। ਬਹੁਤੀ ਵਾਟਕਮ ਕਾਊਂਟੀ ਦੀ ਇਕੋਨਮੀ ਇਸ ਫਲੋ ਦੇ ਉੱਤੇ ਡਿਪੈਂਡ ਕਰਦੀ ਆ, ਕੈਨੇਡੀਅਨ ਦੇ ਉੱਤੇ ਹੀ ਨਹੀਂ, ਸਗੋਂ ਜਿਹੜੇ ਅਮਰੀਕਨ ਕੈਨੇਡਾ ਵੱਲੋਂ ਆਉਂਦੇ ਆ ਅਤੇ ਇੱਥੇ ਵਾਟਕਮ ਦੇ ਵਿੱਚ ਰੁਕਦੇ ਆ, ਇੱਥੇ ਆ ਕੇ ਪੈਸਾ ਖਰਚਦੇ ਆ, ਉਹ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਸੋਰਸ ਆ। ਸੋ ਕੰਪਲੇਂਟਸ ਜਿਹੜੀਆਂ ਹੈਗੀਆਂ ਇਹ ਨਵੀਆਂ ਨਹੀਂ ਆ। ਪਿਛਲੇ ਸਮੇਂ ਦੇ ਵਿੱਚ ਅਮਰੀਕਾ 'ਚ ਰਹਿਣ ਵਾਲੇ ਲੋਕ ਇਹਨਾਂ ਬਾਰਡਰਾਂ ਦੇ ਨੇੜੇ ਅਕਸਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਆ ਕਿ ਉੱਥੇ ਪਾਰਕਿੰਗ ਦੀ ਅਵੇਲੇਬਿਲਿਟੀ ਕੋਸਟਕੋ ਦੇ ਉੱਤੇ ਹੋਵੇ, ਚਾਹੇ ਕੁਛ ਹੋਰ ਵੱਡੀ ਚੀਜ਼ ਹੋਵੇ, ਉੱਥੇ ਇਹ ਸਮੱਸਿਆਵਾਂ ਆਉਂਦੀਆਂ ਹੀ ਆ। ਪਰ ਇਹ ਵੀ ਆ ਕਿ ਇਹ ਇਕੋਨਮੀ ਨੂੰ ਠੀਕ ਠਾਕ ਹੋਣ ਦੇ ਲਈ ਵਿਜ਼ਿਟਰ ਆਉਣਗੇ, ਪਰ ਕਿਉਂਕਿ ਹੁਣ 2 ਸਾਲ ਬਾਅਦ ਆ ਰਹੇ ਆ, ਟ੍ਰੈਫਿਕ ਵੱਧ ਰਿਹਾ, ਪਰੇਸ਼ਾਨੀਆਂ ਹੋ ਰਹੀਆਂ, ਲੋਕਾਂ ਨੂੰ
ਖਾਸ ਕਰ ਅਮਰੀਕਾ ਦੇ ਲੋਕਾਂ ਨੂੰ ਇੱਕ ਵਾਰ ਅਜੀਬ ਲੱਗ ਰਿਹਾ, ਪਰ ਹੌਲੀ ਹੌਲੀ ਇਸ ਵੀਕਐਂਡ ਦੇ ਉੱਤੇ ਹੋਣ ਵਾਲੇ ਇਸ ਤਰ੍ਹਾਂ ਦੇ ਟ੍ਰੈਫਿਕ ਦੀ ਲੋਕਾਂ ਨੂੰ ਆਦਤ ਪੈ ਜਾਏਗੀ। ਬਹੁਤ ਸਾਰੇ ਕੈਨੇਡੀਅਨਸ ਨੇ ਪਿਛਲੇ ਸਮੇਂ ਦੇ ਵਿੱਚ ਏਅਰ ਟਰੈਵਲ ਅਵੋਇਡ ਕੀਤਾ, ਭਾਵੇਂ ਉਹਨਾਂ ਦੇ ਜ਼ਰੂਰੀ ਕੰਮ ਸੀਗੇ, ਪਰ ਉਹਨਾਂ ਨੇ ਸਰਕਾਰਾਂ ਦੀਆਂ ਸਲਾਹਾਂ ਨੂੰ ਮੰਨਦੇ ਹੋਏ ਟਰੈਵਲ ਨਹੀਂ ਕੀਤਾ। ਡਰ ਵੀ ਸੀਗਾ ਕੋਵਿਡ ਦਾ, ਲੋਕ ਘਰਾਂ ਦੇ ਵਿੱਚ ਬਹਿ ਗਏ ਸੀ। ਉਹਦੇ ਤੋਂ ਬਾਅਦ ਹੌਲੀ ਹੌਲੀ ਇਹ ਸਾਰਾ ਕੁਝ ਠੀਕ ਠਾਕ ਹੋਣਾ ਸ਼ੁਰੂ ਹੋਇਆ ਅਤੇ ਲੋਕ ਕੰਫਰਟੇਬਲ ਹੋ ਗਏ ਜਹਾਜ਼ਾਂ ਦੇ ਵਿੱਚ ਆਉਣ ਜਾਣ ਦੇ ਲਈ, ਅਤੇ ਹੁਣ ਇਹ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਜਾਰੀ ਹੈ। ਦੱਸਿਆ ਜਾ ਰਿਹਾ ਕਿ ਗੁੱਡ ਫਰਾਈਡੇ ਵਾਲੇ ਦਿਨ ਪਹਿਲੀ ਵਾਰ ਸੀ ਕਿ ਜਦੋਂ 1 ਲੱਖ ਪੈਸੰਜਰ ਦਾ ਅੰਕੜਾ ਟੱਪਿਆ ਮਾਰਚ 2020 ਤੋਂ ਬਾਅਦ ਹੁਣ ਤੱਕ, ਭਾਵ 1 ਲੱਖ ਲੋਕਾਂ ਨੂੰ 1 ਲੱਖ ਲੋਕਾਂ ਨੇ, ਕੈਨੇਡਾ ਦੇ ਲੋਕਾਂ ਨੇ ਜਹਾਜ਼ਾਂ ਦੇ ਵਿੱਚ ਸਫ਼ਰ ਕੀਤਾ, ਜਾਂ 1 ਲੱਖ ਤੋਂ ਥੋੜ੍ਹੇ ਜਿਹੇ ਜ਼ਿਆਦਾ ਲੋਕਾਂ ਨੇ ਸਫ਼ਰ ਕੀਤਾ। ਇੱਥੇ ਉਹ ਵੀ ਦਿਨ ਆ ਗਿਆ ਸੀ ਜਦੋਂ ਏਅਰਲਾਈਨਸ ਖੜ੍ਹ ਗਈਆਂ ਸੀ, ਕੰਮਕਾਰ ਸਾਰੇ ਰੋਕਿਆ ਸੀ, ਏਅਰਪੋਰਟ ਸੁੰਨੇ ਹੋ ਗਏ ਸੀ, ਕਿਤੇ ਕੁਛ ਨਹੀਂ ਸੀ ਹੋ ਰਿਹਾ ਸੀ। ਔਰ ਇੱਕ ਦਿਨ ਉਹ ਸੀਗਾ 23 ਅਪ੍ਰੈਲ 2020 ਦਾ ਦਿਨ, ਜਦੋਂ ਸਿਰਫ 2175 ਪੈਸੰਜਰਸ ਨੇ ਸਾਰੇ ਕੈਨੇਡਾ ਦੇ ਵਿੱਚੋਂ ਟਰੈਵਲ ਕੀਤਾ ਸੀ। ਇੱਕ ਭਾਵ ਇੱਕ ਦਿਨ ਦੇ ਵਿੱਚ 2175 ਪੈਸੰਜਰ, ਅਤੇ ਆ ਲੰਘੇ ਫਰਾਈਡੇ ਵਾਲੇ ਦਿਨ 1 ਲੱਖ ਤੋਂ ਜ਼ਿਆਦਾ ਗਿਣਤੀ ਸੀਗੀ। ਹੁਣ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੱਡਾ ਵੱਡਾ ਫਰਕ ਇਹਦੇ ਵਿੱਚ ਪਿਆ ਹੈ। ਔਰ ਇਹਦੇ ਤੋਂ ਪਹਿਲਾਂ, ਭਾਵ 2019 ਦੇ ਵਿੱਚ, ਇਸ ਪੈਂਡੈਮਿਕ ਤੋਂ ਪਹਿਲਾਂ ਉਹ ਵੀ ਦਿਨ ਸੀਗਾ ਜਿਸ ਦਿਨ ਕੈਨੇਡਾ ਦੇ ਕੈਰੀਅਰਸ ਨੇ 1.5 ਲੱਖ ਪੈਸੰਜਰ ਇੱਕ ਦਿਨ ਦੇ ਵਿੱਚ ਇਹ ਲੈ ਕੇ ਜਾਂਦੇ ਸੀ, ਅਤੇ 16 ਅਗਸਤ 2019 ਦੇ ਦਿਨ ਦੇ ਵਿੱਚ, ਇੱਕੋ ਦਿਨ ਦੇ ਵਿੱਚ 1,87,000 ਕਸਟਮਰ ਇਹਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਗਏ ਆ। ਸੋ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਇੱਕ ਦਿਨ ਦੇ ਵਿੱਚ 1,87,000 ਤੇ ਕਿੱਥੇ ਜਾ ਕੇ ਗਿਣਤੀ ਸਿਰਫ 2100 ਰਹਿ ਗਈ। ਹੁਣ ਲੱਖ ਨੂੰ ਟੱਪਣੀ ਸ਼ੁਰੂ ਹੋਈ ਆ। ਆਹ ਫਰਾਈਡੇ ਲੱਖ ਨੂੰ ਗਿਣਤੀ ਟੱਪੀ ਆ, ਅਤੇ ਲੱਗਦਾ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿਣਤੀ ਲਗਾਤਾਰ ਵੱਧਦੀ ਜਾਊਗੀ। ਇਹ ਜਿੱਦਾਂ ਜਿੱਦਾਂ ਰੈਸਟ੍ਰਿਕਸ਼ਨਸ ਚੱਕੀਆਂ ਗਈਆਂ, ਉਸੇ ਤਰ੍ਹਾਂ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਅਪ੍ਰੈਲ 1 ਨੂੰ ਫੈਡਰਲ ਸਰਕਾਰ ਨੇ ਇਹਦੀ ਰਿਕੁਆਇਰਮੈਂਟ ਚੱਕੀ ਸੀ ਕੋਵਿਡ-19 ਦੇ ਟੈਸਟ ਦੀ, ਕਿ ਜੇ ਤੁਸੀਂ ਫਲਾਈਟ ਬੋਰਡ ਕਰਨੀ ਹੈ ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਟੈਸਟ ਦੀ ਜ਼ਰੂਰਤ ਨਹੀਂ ਹੈ। ਇਹ ਸਿਰਫ ਰੈਂਡਮਲੀ PCR ਟੈਸਟ ਕੰਡਕਟ ਕੀਤਾ ਜਾ ਰਿਹਾ ਟਰੈਵਲਰਸ ਦੇ ਲਈ, ਅਤੇ ਜਿਹੜੀ ਅਰਾਈਵਕਨ ਐਪ ਆ ਉਹਨਾਂ ਨੂੰ ਪਹੁੰਚਣ ਤੋਂ ਪਹਿਲਾਂ ਉਹਦੇ ਉੱਤੇ ਆਪਣੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਸੋ ਜਦੋਂ ਇਹ ਜਿੱਦਾਂ ਇਹ ਤਬਦੀਲੀਆਂ ਅਨਾਊਂਸ ਕੀਤੀਆਂ ਗਈਆਂ, ਕੈਨੇਡਾ ਦੀਆਂ ਬਹੁਤ ਸਾਰੀਆਂ ਏਅਰਲਾਈਨਸ, ਜਿਨ੍ਹਾਂ ਦੇ ਵਿੱਚ ਵੈਸਟਜੈਂਟ ਵੀ ਇੱਕ ਆ, ਇਹਨਾਂ ਨੇ ਕਿਹਾ ਸੀ ਕਿ ਜਿਹੜੀ ਹੁਣ ਅਸੀਂ ਤਿਆਰ ਹੋ ਰਹੇ ਹਾਂ ਇੱਕ ਇਮੀਡੀਏਟ ਅਤੇ ਡਰਾਮੈਟਿਕ ਜਿਹੜਾ ਵਾਧਾ ਹੋਣਾ ਇਸ ਗਿਣਤੀ ਦੇ ਵਿੱਚ, ਅਤੇ ਉਹੀ ਕੁਛ ਹੋਇਆ। ਉਹ ਕਹਿੰਦੇ ਸੀ ਲੋਕ ਟਰੈਵਲ ਕਰਨਾ ਚਾਹੁੰਦੇ ਆ, ਪਰ ਕੋਵਿਡ-19 ਕਰਕੇ ਉਹ ਥੋੜ੍ਹਾ ਜਿਹਾ ਡਰ ਰਹੇ ਆ। ਹੁਣ ਜਦੋਂ ਰੈਸਟ੍ਰਿਕਸ਼ਨਸ ਚੱਕ ਦਿੱਤੀਆਂ ਗਈਆਂ ਤਾਂ ਇੰਡਸਟਰੀ ਦੇ ਵਿੱਚ ਦੁਬਾਰਾ ਰੌਣਕ ਇੱਥੇ ਆਉਣੀ ਸ਼ੁਰੂ ਹੋ ਗਈ ਆ। ਹੁਣ ਜਿਹੜਾ ਡਰਾਮੈਟਿਕ ਜੰਪ ਆਇਆ ਇਹਨਾਂ ਬੁਕਿੰਗ ਦੇ ਵਿੱਚ, ਉਸ ਵੇਲੇ ਵੀ ਆਇਆ ਜਦੋਂ ਸਰਕਾਰ ਨੇ ਕੋਵਿਡ-19 ਦੀਆਂ ਇਹਨਾਂ ਪਾਬੰਦੀਆਂ ਨੂੰ ਹਟਾਇਆ, ਅਤੇ ਸੈਲਫ ਆਈਸੋਲੇਸ਼ਨ ਜਦੋਂ ਦੀ ਹਟਾਈ ਆ, ਔਰ ਅਨਵੈਕਸੀਨੇਟਡ ਬੱਚੇ ਜਿਹੜੇ 12 ਸਾਲ ਤੋਂ ਥੱਲੇ ਆ ਉਹਨਾਂ ਦੇ ਲਈ ਰਿਕੁਆਇਰਮੈਂਟ ਹਟਾਈ ਆ। ਇਹਦੇ ਤੋਂ ਬਾਅਦ ਲੋਕਾਂ ਨੇ ਯਾਤਰਾ ਕਰਨੀ ਜ਼ਿਆਦਾ ਗਿਣਤੀ ਦੇ ਵਿੱਚ ਸ਼ੁਰੂ ਕਰ ਦਿੱਤੀ ਆ। ਕਰੂਜ਼ ਸ਼ਿਪ ਵੀ ਸ਼ੁਰੂ ਹੋ ਚੁੱਕੇ ਆ। ਲੱਗਦਾ ਆ ਕਿ ਬਹੁਤ ਜਲਦੀ ਇਕੋਨਮੀ ਆਪਣੇ ਥਾਂ ਸਿਰ ਦੁਬਾਰਾ ਆ ਜਾਏਗੀ ਅਤੇ ਸਾਰਾ ਕੁਛ ਪਹਿਲਾਂ ਵਰਗਾ ਹੋ ਜਾਏਗਾ। ਕੋਵਿਡ-19 ਦੇ ਬਹੁਤ ਸਾਰੇ ਡਾਟੇ ਸਾਡੇ ਕੋਲ ਆਉਂਦੇ ਰਹੇ ਆ। ਅਕਸਰ ਅਸੀਂ ਜਿਹੜੇ ਬਹੁਤ ਸਾਰੇ ਪ੍ਰੋਵਿੰਸ ਆ, ਰੋਜ਼ ਜਦੋਂ ਕੋਵਿਡ ਪੂਰਾ ਆਪਣੇ ਸਿਖਰ ਦੇ ਉੱਤੇ ਸੀਗਾ, ਰੋਜ਼ ਸਾਡੇ ਕੋਲ ਅੰਕੜੇ ਆਉਂਦੇ ਸੀ, ਅੱਜ ਇੰਨੇ ਕੇਸ ਹੋ ਗਏ, ਇੰਨੇ ਹਸਪਤਾਲ ਵਿੱਚ ਚਲੇ ਗਏ, ਇੰਨੀਆਂ ਮੌਤਾਂ ਹੋ ਗਈਆਂ। ਹੌਲੀ ਹੌਲੀ ਇਹ ਹਫ਼ਤੇ 'ਤੇ ਚਲੇ ਗਏ, ਅਤੇ ਹੌਲੀ ਹੌਲੀ ਇਹ ਫਿਰ ਬੰਦ ਹੋ ਗਏ। ਪਰ ਇੱਕ ਅੰਕੜੇ ਇੱਕ ਹੋਰ ਸਰਵੇ ਦੇ ਵਿੱਚ ਸਾਹਮਣੇ ਆਏ ਆ ਕਿ 4 ਦੇ ਵਿੱਚੋਂ 1 ਕੈਨੇਡਾ ਦੇ ਵਿੱਚ ਰਹਿਣ ਵਾਲੇ ਨੂੰ ਕੋਵਿਡ ਜ਼ਰੂਰ ਹੋਇਆ। ਸੋ ਇਹ ਮਤਲਬ 4 ਦੇ ਵਿੱਚੋਂ 3 ਨੂੰ ਨਹੀਂ ਹੋਇਆ, 1 ਨੂੰ ਹੋਇਆ। ਅਤੇ ਇਹ ਗਿਣਤੀ ਜੇਕਰ ਲਾ ਕੇ ਦੇਖੋ, ਫਿਰ ਜਿਹੜੇ ਸਰਕਾਰੀ ਅੰਕੜੇ ਆ ਉਹਨਾਂ ਤੋਂ ਕਿਤੇ ਜ਼ਿਆਦਾ ਉੱਤੇ ਚਲੇ ਜਾਂਦੀ ਹੈ। 6ਵੀਂ ਵੇਵ ਇਸ ਵੇਲੇ ਦੱਸਦੇ ਆ ਕਿ ਕੋਵਿਡ-19 ਦੀ ਆਈ ਆ। ਡਾਟਾ ਬਹੁਤ ਘੱਟ ਸਾਡੇ ਕੋਲ ਆ ਰਿਹਾ, ਅਤੇ ਲੈਜਰ 'ਤੇ ਇਹਨਾਂ ਦੇ ਇੱਕ ਲੈਜਰ ਨੇ ਪੋਲ ਕੀਤੀ ਆ, ਅਤੇ ਜਿਹੜੀ ਹੈਗੀ ਆ ਕੈਨੇਡੀਅਨ ਸਟੱਡੀਜ਼, ਇਹਨਾਂ ਦੋਵਾਂ ਨੇ ਰਲਾ ਕੇ ਇੱਕ ਤਸਵੀਰ ਸਾਡੇ ਸਾਹਮਣੇ ਰੱਖੀ ਆ। ਇਹ ਤਸਵੀਰ ਕੀ ਕਹਿੰਦੀ ਆ? ਲੈਜਰ ਦੀ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਨੇ ਇਹ ਗੱਲ ਦੱਸੀ ਆ ਕਿ ਜਿਹੜਾ ਇਨਫੈਕਸ਼ਨ ਹੋਈ ਅਸਲ ਦੇ ਵਿੱਚ ਲੋਕਾਂ ਨੂੰ, ਅਤੇ ਜਿੰਨੇ ਲੋਕਾਂ ਨੇ ਰਿਪੋਰਟ ਕੀਤਾ, ਇਹਦੇ ਵਿੱਚ ਫਰਕ ਬਹੁਤ ਵੱਡਾ ਆ। ਔਨਲਾਈਨ ਇਹਨਾਂ ਨੇ ਸਰਵੇ ਕੀਤਾ 1538 ਕੈਨੇਡਾ 'ਚ ਰਹਿਣ ਵਾਲੇ, ਅਪ੍ਰੈਲ 8 ਤੋਂ ਲੈ ਕੇ 10 ਤੱਕ ਇਹਨਾਂ ਨੇ ਕੰਡਕਟ ਕੀਤਾ ਇਹਨੂੰ, ਅਤੇ ਮਾਰਜਨ ਆਫ ਐਰਰ ਉਹ ਕਹਿੰਦੇ ਕੋਈ ਨਹੀਂ, ਕਿਉਂਕਿ ਇੰਟਰਨੈਟ ਬੇਸਡ ਜਿਹੜੀ ਪੋਲ ਹੁੰਦੀ ਹੈ ਇਹਦੇ ਵਿੱਚ ਇਹਨੂੰ ਰੈਂਡਮ ਸੈਂਪਲ ਨਹੀਂ ਕੰਸੀਡਰ ਕੀਤਾ ਜਾਂਦਾ। 30% ਰਿਸਪੋਂਡੈਂਟ ਜਿਨ੍ਹਾਂ ਕੋਲੋਂ ਪੁੱਛਿਆ ਗਿਆ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 34 ਸਾਲ ਦੇ ਵਿੱਚ ਸੀ,
ਉਹ ਕਹਿੰਦੇ ਜੀ ਸਾਨੂੰ ਇਨਫੈਕਸ਼ਨ ਹੋਈ ਆ ਕੋਵਿਡ-19 ਦੀ। 12% ਕਹਿੰਦੇ ਜਿਹੜੇ ਕਿ 55 ਸਾਲ ਤੋਂ ਤੇ ਇਹਦੇ ਤੋਂ ਉੱਤੇ ਸੀਗੇ ਕਿ ਉਹ ਕਹਿੰਦੇ ਸਾਨੂੰ ਵੀ ਇਹਦੇ ਨਾਲ ਸਾਡਾ ਵਾਹ ਪਿਆ ਆ। ਸੋ ਹੁਣ ਇਹ ਪੈਟਰਨ ਨੂੰ ਜਦੋਂ ਇੱਕ ਦੂਜੇ ਦੇ ਨਾਲ ਮੈਚ ਕਰਕੇ ਦੇਖਿਆ ਜਾ ਰਿਹਾ ਤਾਂ ਜਿਹੜੇ ਲੋਕ ਰੈਸਟੋਰੈਂਟ ਦੇ ਵਿੱਚ, ਬਾਰਸ ਦੇ ਵਿੱਚ, ਕੌਨਸਰਟਸ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਗਏ ਆ, ਉੱਥੇ ਇਹਦਾ ਬਹੁਤ ਵੱਡਾ ਫਰਕ ਪਿਆ। ਵੈਕਸੀਨੇਸ਼ਨ ਸਟੇਟਸ ਵੀ ਇਸ ਸਾਰੇ ਕੁਛ ਦੇ ਵਿੱਚ ਦੇਖਿਆ ਗਿਆ ਕਿ 38% ਅਨਵੈਕਸੀਨੇਟਡ ਰਿਸਪੋਂਡੈਂਟ ਨੇ ਕਿਹਾ ਕਿ ਉਹਨਾਂ ਨੂੰ ਇਨਫੈਕਸ਼ਨ ਇਹ ਹੋਈ ਆ, ਜਦੋਂ ਕਿ ਜਿਨ੍ਹਾਂ ਦੀ ਵੈਕਸੀਨ ਲੱਗੀ ਸੀ ਉਹਨਾਂ ਦੇ ਵਿੱਚੋਂ ਸਿਰਫ 20% ਨੇ ਕਿਹਾ ਕਿ ਸਾਨੂੰ ਇਨਫੈਕਸ਼ਨ ਹੋਈ ਆ। ਜਿਹੜੇ 5 ਦੇ ਵਿੱਚੋਂ 3 ਬੰਦੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਆ, ਉਹ ਕਹਿੰਦੇ ਵੀ ਸਾਨੂੰ ਸਿੰਪਟਮ ਬਹੁਤ ਮਾੜੇ ਹੋਏ ਆ, ਮਤਲਬ ਥੋੜ੍ਹੇ ਹੋਏ ਆ, ਮਾਈਲਡ ਹੋਏ ਆ, ਘੱਟ ਹੋਏ ਆ। 14% ਕਹਿੰਦੇ ਉਹਨਾਂ ਨੂੰ ਸਿੰਪਟਮ ਬਹੁਤ ਜ਼ਿਆਦਾ ਹੋਏ ਆ। ਕੈਨੇਡਾ ਵਿੱਚ ਰਹਿਣ ਵਾਲੇ ਅਸੀਂ ਕਿਵੇਂ ਕਹਿ ਰਹੇ ਹਾਂ, ਜਦੋਂ ਕੋਈ ਵੀ ਕੰਪਨੀ ਸਰਵੇ ਕਰਦੀ ਆ ਉਹ ਇੱਕ ਫਿਕਸ ਨੰਬਰ ਲੈਂਦੀ ਆ। ਜਿਵੇਂ ਇਹਨਾਂ ਨੇ 1500 ਦੇ ਕਰੀਬ ਨੰਬਰ ਲਿਆ ਤੇ ਉਹ 1500 ਦਾ ਜਿਹੜਾ ਜਵਾਬ ਆ ਉਹਨੂੰ ਫਿਰ ਇੱਦਾਂ ਮੰਨ ਲਿਆ ਜਾਂਦਾ ਕਿ ਇਹ ਸਾਰੇ ਕੈਨੇਡਾ ਦਾ ਜਵਾਬ ਆ। ਭਾਵ ਇਹੀ ਸੈਂਪਲ, ਇਹਦੇ ਜਿਹੜੇ ਨਤੀਜੇ ਨੇ ਉਹ ਸਾਰੇ ਕੈਨੇਡਾ ਦੇ ਉੱਤੇ ਵੱਡੀ ਪੋਪੂਲੇਸ਼ਨ ਦੇ ਉੱਤੇ ਅਪਲਾਈ ਕਰ ਦਿੱਤੇ ਜਾਂਦੇ ਆ। 5 ਦੇ ਵਿੱਚੋਂ ਇੱਕ ਨੇ ਕਿਹਾ ਕਿ ਸਾਨੂੰ ਜਿਹੜੀ ਇਹ ਇਨਫੈਕਸ਼ਨ ਹੋਈ ਆ ਤੇ ਇੰਨੀ ਜ਼ਿਆਦਾ ਹੋਈ ਆ ਕਿ ਜਿਹਦੇ ਨਾਲ ਸਾਨੂੰ ਬੈੱਡ ਦੇ ਵਿੱਚ ਰਹਿਣਾ ਪਿਆ, ਭਾਵ ਅਸੀਂ ਉੱਠ ਨਹੀਂ ਸਕੇ। ਹੁਣ ਇਹ ਅੰਕੜੇ ਜਿਹੜੇ ਦੱਸ ਰਹੇ ਆ ਕਿ ਅੱਧੇ ਤੋਂ ਜ਼ਿਆਦਾ ਰਿਸਪੋਂਡੈਂਟ ਜਦੋਂ ਇਸ ਵੇਲੇ ਕਹਿ ਰਹੇ ਆ ਕਿ ਜਿਹੜੀ ਬਹੁਤ ਵੱਡਾ ਮਾੜਾ ਹਿੱਸਾ ਸੀ ਇਸ ਪੈਂਡੈਮਿਕ ਦਾ ਉਹ ਲੰਘ ਗਿਆ, ਤਾਂ ਪਰ ਫਿਰ ਵੀ ਕੁਝ ਲੋਕ ਅਜੇ ਵੀ ਸੋਚ ਰਹੇ ਆ ਕਿ ਇਹ ਦੁਬਾਰਾ ਆ ਸਕਦੀ ਆ। ਇੱਕ ਹੋਰ ਪੋਲ ਵੀ ਕੰਡਕਟ ਕੀਤੀ ਕਿ ਮਾਰਚ ਦੇ ਵਿੱਚ ਜਿਹੜੀ ਨਾਰਥ ਅਮਰੀਕਨਸ ਦੇ ਕੋਵਿਡ-19 ਦੇ ਸਿੰਪਟਮਸ ਤੇ ਹੋਰ ਚੀਜ਼ਾਂ ਦੇ ਨਾਲ ਸਟੱਡੀ ਸੀਗੀ, ਜਿਹਦੇ ਵਿੱਚੋਂ ਪਤਾ ਲੱਗਦਾ ਕਿ ਕਿੰਨੇ ਲੋਕ ਆ ਜਿਹੜੇ ਇਹ ਕਹਿ ਰਹੇ ਕਿ ਉਹਨੇ ਕੋਵਿਡ-19 ਦੇ ਲੌਂਗ ਟਰਮ ਇਫੈਕਟ ਐਕਸਪੀਰੀਅੰਸ ਕੀਤੇ ਆ, ਤੇ ਅੱਧੇ ਤੋਂ ਜ਼ਿਆਦਾ ਕਹਿ ਰਹੇ ਕਿ ਉਹ ਹਜੇ ਤੱਕ ਵੀ ਥਕਾਵਟ ਉਹਨਾਂ ਨੂੰ ਰਹਿੰਦੀ ਆ ਜਾਂ ਮਸਲ ਜੁਆਇੰਟ ਪੇਨ ਉਹਨਾਂ ਦੇ ਵਿੱਚ ਰਹਿੰਦੀ ਆ। ਸੋ ਇਸ ਵੇਲੇ ਇਹ ਸਰਵੇ, ਇਹ ਪੋਲ ਸਾਡੇ ਸਾਹਮਣੇ ਦੱਸਦੀ ਆ ਕਿ ਅਸਲ ਦੇ ਵਿੱਚ ਭਾਵੇਂ ਅੰਕੜੇ ਕੁਛ ਵੀ ਕਹਿੰਦੇ ਹੋਣ, ਪਰ ਫਿਰ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਕੋਵਿਡ ਹੋਇਆ, ਬਹੁਤਿਆਂ ਨੂੰ ਕੋਵਿਡ ਹੋ ਗਿਆ, ਉਹਨਾਂ ਨੂੰ ਪਤਾ ਵੀ ਨਹੀਂ ਲੱਗਾ, ਪਰ ਇਹ ਕੋਵਿਡ ਦੱਸੇ ਗਏ ਅੰਕੜਿਆਂ ਤੋਂ ਕਿਤੇ ਜ਼ਿਆਦਾ ਕੈਨੇਡਾ ਦੇ ਵਿੱਚ ਲੋਕਾਂ ਨੂੰ ਹੋਇਆ। ਖਬਰ ਕੈਨੇਡਾ ਦੀ ਰੀਅਲ estate ਮਾਰਕੀਟ ਦੀ, ਕੈਨੇਡਾ ਦੇ ਵਿੱਚ ਘਰਾਂ ਦੀ। ਕਿਹਾ ਇਹ ਜਾ ਰਿਹਾ ਕਿ ਹੁਣ ਕੈਨੇਡਾ ਦੇ ਵਿੱਚ ਘਰ ਅੱਗੇ ਨਾਲੋਂ ਸਸਤੇ ਹੋ ਜਾਣਗੇ ਤੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਘਰ ਪਹਿਲਾਂ ਨਾਲੋਂ ਸਸਤੇ ਹੋ ਗਏ ਆ। ਘਰ ਵਿਕਣੇ ਵੀ ਘਟੇ ਆ, ਘਰਾਂ ਦੀਆਂ ਕੀਮਤਾਂ ਵੀ ਘਟੀਆਂ, ਤੇ ਜੇ ਇਹ ਟ੍ਰੈਂਡ ਚੱਲਦਾ ਰਿਹਾ ਤਾਂ ਘਰਾਂ ਦੀਆਂ ਕੀਮਤਾਂ ਕਾਫੀ ਥੱਲੇ ਆਉਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ ਘਰਾਂ ਦੀਆਂ ਕੀਮਤਾਂ ਲਗਾਤਾਰ ਉੱਤੇ ਜਾ ਰਹੀਆਂ ਸੀ, ਕਿਤੇ ਜਾ ਕੇ ਇਹਨੇ ਰੁਕਣਾ ਸੀ। ਬਹੁਤ ਸਾਰੇ ਫੈਕਟਰ ਸਾਹਮਣੇ ਆ ਗਏ ਤੇ ਹੁਣ ਇਸ ਵੇਲੇ ਜਿਹੜੇ ਵੱਧ ਰਹੀਆਂ ਵਿਆਜ ਦਰਾਂ ਆ, ਜਿਨ੍ਹਾਂ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਲੱਗਦਾ ਹੈ ਕਿ ਜਿਹੜੀ ਇਹ ਬਹੁਤ ਗਰਮ ਕੈਨੇਡਾ ਦੀ ਰੀਅਲ estate ਮਾਰਕੀਟ ਸੀ, ਇਹ ਕੂਲ ਡਾਊਨ ਹੋਣੀ ਸ਼ੁਰੂ ਹੋ ਗਈ ਆ। ਮਾਰਚ ਦੇ ਅੰਕੜੇ ਸਾਹਮਣੇ ਆਏ ਆ ਤੇ ਮਾਰਚ ਦੇ ਅੰਕੜੇ ਦੱਸਦੇ ਆ ਕਿ ਮਾਰਚ ਮਹੀਨੇ ਦੇ ਵਿੱਚ ਸੇਲ ਵੀ ਘਟੀ ਆ, ਘਰਾਂ ਦੀ ਕੀਮਤ ਵੀ ਘਟੀ ਆ, ਭਾਵੇਂ ਕਿ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਜਿੰਨੀ ਸੇਲ ਸੀਗੀ ਉਹਦੇ ਨਾਲੋਂ ਨਹੀਂ ਘਟੀ, ਪਰ ਫਰਵਰੀ ਨਾਲ ਜੇਕਰ ਹਿਸਾਬ ਲਾ ਕੇ ਦੇਖਦੇ ਹਾਂ ਤਾਂ ਫਰਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਕਮੀ ਆਈ ਆ। ਤੇ ਜਦੋਂ ਆਹ ਮਹੀਨਾ ਅਪ੍ਰੈਲ ਖਤਮ ਹੋਣ ਤੋਂ ਬਾਅਦ ਇਹਦੇ ਅੰਕੜੇ ਸਾਹਮਣੇ ਆਉਣਗੇ ਤਾਂ ਲੱਗਦਾ ਆ ਜੋ ਮਾਰਕੀਟ ਦੇ ਵਿੱਚੋਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਸੇਲ ਤੇ ਕੀਮਤਾਂ ਦੋਵੇਂ ਹੋਰ ਜ਼ਿਆਦਾ ਘਟੀਆਂ ਹੋਣਗੀਆਂ। ਕੈਨੇਡੀਅਨ ਰੀਅਲ estate ਐਸੋਸੀਏਸ਼ਨ CREA, ਜਿਹਦੇ ਵਿੱਚ ਲਗਭਗ 1 ਲੱਖ ਤੋਂ ਜ਼ਿਆਦਾ 100,000 ਤੋਂ ਜ਼ਿਆਦਾ ਰੀਅਲਟਰ ਆ ਪੂਰੇ ਦੇਸ਼ ਦੇ ਵਿੱਚ, ਪੂਰੇ ਕੈਨੇਡਾ ਦੇ ਵਿੱਚ, ਇਹਨਾਂ ਨੇ ਅੱਜ ਇੱਕ ਰਿਪੋਰਟ ਦਿੱਤੀ ਆ ਜਿਹੜੀ ਕਹਿ ਰਹੀ ਆ ਕਿ ਐਵਰੇਜ ਹੋਮ ਜਿਹੜਾ ਮਲਟੀਪਲ ਲਿਸਟਿੰਗ ਸਰਵਿਸਿਜ਼ ਦੇ ਵਿੱਚ ਸੇਲ ਹੋਇਆ ਉਹਦੀ ਕੀਮਤ 7,96,000 ਐਵਰੇਜ ਜਿਹੜੀ ਕੈਨੇਡਾ ਦੇ ਵਿੱਚ ਦੱਸੀ ਗਈ ਆ। ਇਹ ਦੇਖੋ ਇਹਦਾ ਕੀਮਤਾਂ ਦਾ ਅੰਦਾਜ਼ਾ ਅਲੱਗ-ਅਲੱਗ ਹੁੰਦਾ, ਵੈਨਕੂਵਰ ਟੋਰਾਂਟੋ 'ਚ ਹੋਰ ਰੇਟ ਆ, ਕੈਲਗਰੀ ਐਡਮਿੰਟਨ ਦੇ ਵਿੱਚ ਹੋਰ ਰੇਟ ਆ, ਪਰ ਐਵਰੇਜ ਦੇ ਹਿਸਾਬ ਨਾਲ ਦੱਸਿਆ ਗਿਆ ਕਿ 7,96,000 ਦਾ ਐਵਰੇਜ ਘਰ ਇੱਕ ਹੈਗਾ ਆ। ਔਰ ਇਹ 3% ਫਰਵਰੀ ਦੇ ਨਾਲੋਂ ਘੱਟ ਦੱਸਿਆ ਜਾ ਰਿਹਾ। ਫਰਵਰੀ ਦੇ ਵਿੱਚ ਇਹ ਕੀਮਤ 8,16,720 ਦੱਸੀ ਜਾ ਰਹੀ ਸੀ। ਸੋ 3% ਡਾਊਨ ਇਹ ਕੀਮਤਾਂ ਥੱਲੇ ਆ ਗਈਆਂ ਆ ਤੇ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਜਿਹੜੀਆਂ ਹੋਰ ਵੀ ਥੱਲੇ ਆ ਜਾਣਗੀਆਂ, ਕਿਉਂਕਿ ਪਹਿਲਾਂ ਮਾਰਕੀਟ ਹਿਸਟੋਰੀਕਲੀ ਬਹੁਤ ਐਕਟਿਵ ਰਹੀ ਆ। ਮਾਰਚ ਦੇ ਵਿੱਚ ਥੋੜ੍ਹੀ ਜਿਹੀ ਸਲੋ ਡਾਊਨ ਹੋ ਗਈ ਆ ਫਰਵਰੀ ਦੇ ਹਿਸਾਬ ਦੇ ਨਾਲ, ਦੋਵਾਂ ਗੱਲਾਂ 'ਚ ਐਕਟੀਵਿਟੀ ਵੀ ਤੇ ਹੋਮ ਪ੍ਰਾਈਸ ਵੀ। ਤੇ ਉਹ ਕਹਿੰਦੇ ਅਸੀਂ ਹੁਣ ਵੇਟ ਕਰ ਰਹੇ ਹਾਂ ਕਿ ਇਹ ਮਾਰਕੀਟ ਕਦੋਂ ਕੂਲ ਹੁੰਦੀ ਆ। ਜਿੱਥੇ ਐਵਰੇਜ ਜਿਹੜਾ ਸੈਲਿੰਗ ਪ੍ਰਾਈਸ ਆ ਉਹ ਥੱਲੇ ਗਿਆ, ਐਕਚੁਅਲ ਜਿਹੜਾ ਵੋਲਿਊਮ ਘਰਾਂ ਦਾ ਸੋਲਡ ਜਿਹੜੇ ਘਰ ਵਿਕੇ ਆ ਉਹਦੇ ਵਿੱਚ ਵੀ ਫਰਕ ਪਿਆ ਆ।
ਟੋਟਲ ਸੇਲ 5.6% ਘਟੀ ਆ ਮਾਰਚ ਦੇ ਵਿੱਚ ਫਰਵਰੀ ਨਾਲੋਂ। ਸੇਲ 5.6% ਘਟੀ ਆ, ਕੀਮਤਾਂ 3% ਦੇ ਨੇੜੇ ਘਟ ਗਈਆਂ। ਹੁਣ ਜੇਕਰ ਇਹਨੂੰ ਇਹ 16% ਜਿਹੜੀ ਹੈਗੀ ਆ ਘਟੀ ਆ, ਜੇ ਇਹਨੂੰ ਪਿਛਲੇ ਸਾਲ ਦੇ ਨਾਲ ਇਹਦਾ ਮੁਕਾਬਲਾ ਕਰਕੇ ਦੇਖਣਾ ਹੋਵੇ ਤਾਂ ਐਸੇ ਮਹੀਨੇ ਦਾ ਫਰਵਰੀ ਦੇ ਲੈਵਲ ਦੇ ਵਿੱਚ ਐਵਰੇਜ ਸੈਲਿੰਗ ਪ੍ਰਾਈਸ ਜਿਹੜੀ ਹਜੇ ਵੀ 11% ਤਾਂ ਆ ਪਿਛਲੇ ਸਾਲ ਦੇ ਹਿਸਾਬ ਨਾਲ। ਭਾਵ ਫਰਵਰੀ ਦੇ ਵਿੱਚ ਜਿਹੜੀ 2021 ਦੇ ਵਿੱਚ ਸੇਲ ਸੀਗੀ ਤੇ ਫਿਰ ਜਿਹੜੀ ਇੱਥੇ 2022 ਦੇ ਵਿੱਚ ਸੇਲ ਹੈਗੀ ਆ, ਉਹਦੇ ਨਾਲੋਂ ਅਜੇ ਵੀ ਇਹਦੇ ਵਿੱਚ ਫਰਕ ਹੈਗਾ ਆ। ਸੋ ਭਾਵੇਂ ਕਿ ਇਹ ਸੇਲ ਡਾਊਨ ਆ ਐਵਰੇਜ ਜਿਹੜੀ, ਪਰ ਫਿਰ ਵੀ ਉਦੋਂ ਨਾਲੋਂ ਇਹਦੇ ਵਿੱਚ ਵਾਧਾ ਦੇਖਿਆ ਗਿਆ। ਪਰ ਜਿਹੜੀ ਗੱਲ ਦੇ ਉੱਤੇ ਇਸ ਵੇਲੇ ਫੋਕਸ ਆ ਲੋਕਾਂ ਦਾ ਕਿ ਫਰਵਰੀ ਨਾਲੋਂ ਮਾਰਚ ਦੇ ਵਿੱਚ ਕੀਮਤਾਂ ਤੇ ਸੇਲ ਘਟ ਗਈਆਂ ਤੇ ਅਪ੍ਰੈਲ ਦੇ ਵਿੱਚ ਸੰਭਾਵਨਾ ਇਸ ਗੱਲ ਦੀ ਹੈ ਕਿ ਮਾਰਚ ਨਾਲੋਂ ਵੀ ਥੱਲੇ ਚਲੇ ਜਾਣਗੀਆਂ। ਹੁਣ ਜਿਹੜੇ ਮਾਹਰ ਨੇ ਉਹ ਕਹਿ ਰਹੇ ਆ ਕਿ ਅਜੇ ਸਿਰਫ 1 ਮਹੀਨੇ ਦੇ ਵਿੱਚ ਇਹ ਤਬਦੀਲੀ ਆਈ ਆ। ਸਿਰਫ ਫਰਵਰੀ ਮਹੀਨੇ ਦੇ ਵਿੱਚ ਹੀ ਜਿਹੜਾ ਡਾਟਾ ਸਾਡੇ ਕੋਲ ਆਉਂਦਾ ਜਿਹੜਾ ਦੱਸ ਰਿਹਾ ਕਿ ਸੇਲ ਤੇ ਕੀਮਤਾਂ ਦੋਵੇਂ ਘਟੀਆਂ। ਵੀ 1 ਮਹੀਨੇ ਦੇ ਨਾਲ ਤੁਸੀਂ ਮਾਰਕੀਟ ਦੇ ਟ੍ਰੈਂਡ ਨਹੀਂ ਦੱਸ ਸਕਦੇ ਕਿ 1 ਮਹੀਨਾ ਜੇਕਰ ਥੱਲੇ ਚਲੇਗੀ ਤਾਂ ਸਾਰੀਆਂ ਸੇਲਸ ਜਿਹੜੀ ਆ ਉਹ ਥੱਲੇ ਚਲੇ ਜਾਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਚਲੇ ਜਾਣਗੀਆਂ, ਕਿ ਮਹੀਨਾ ਕਾਫੀ ਨਹੀਂ ਆ। ਪਰ ਇਸ ਖੇਤਰ ਦੇ ਮਾਹਰ ਇਹ ਗੱਲ ਦੱਸ ਰਹੇ ਆ, ਇਕੋਨੋਮਿਸਟ ਅਰਥ ਸ਼ਾਸਤਰੀ ਇਹ ਗੱਲ ਦੱਸ ਰਹੇ ਆ ਕਿ ਅਪ੍ਰੈਲ ਦੇ ਵਿੱਚ ਵੀ ਇਹ ਕੀਮਤਾਂ ਥੱਲੇ ਆਉਣਗੀਆਂ ਤੇ ਇੱਕ ਵਾਰੀ ਇਹ ਜਿਹੜੀ ਜਿੰਨੀ ਉੱਪਰ ਨੂੰ ਮਾਰਕੀਟ ਗਈ ਆ ਇਹਨੇ ਕੂਲ ਡਾਊਨ ਹੋਣਾ ਆ ਤੇ ਉਹ ਹੋਣਾ ਇਸ ਵੇਲੇ ਸ਼ੁਰੂ ਹੋ ਚੁੱਕੀ ਆ। ਜਿਹੜਾ ਇਹ ਬਾਇਰ ਫਟੀਗ ਵੀ ਗਿਆ, ਲੋਕ ਜਿਹੜਾ ਥੱਕ ਵੀ ਗਏ ਆ ਸਾਰੇ ਕੁਝ ਦੇ ਵਿੱਚੋਂ। ਇੱਕ ਜਿਹੜੇ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਵੀ ਵਧਾਏ ਆ, 2 ਵਾਰੀ ਵਧਾ ਦਿੱਤੇ ਆ ਤੇ ਹੋਰ ਅਗਲੇ ਦਿਨਾਂ ਦੇ ਵਿੱਚ ਫੇਰ ਵੱਧ ਜਾਣੇ ਆ। ਇਹ ਸਾਰੀਆਂ ਚੀਜ਼ਾਂ ਕਹਿੰਦੇ ਕਿਤੇ ਨਾ ਕਿਤੇ ਲੋਕਾਂ ਦੇ ਉੱਤੇ ਪ੍ਰੈਸ਼ਰ ਪਾ ਰਹੀਆਂ ਤੇ ਜਿਹਦਾ ਅਲਟੀਮੇਟਲੀ ਨਤੀਜਾ ਇਹ ਹੋ ਰਿਹਾ ਕਿ ਕੀਮਤਾਂ ਤੇ ਸੇਲ ਦੋਵੇਂ ਘਟ ਰਹੀਆਂ। ਹਾਲਾਂਕਿ ਐਵਰੇਜ ਸੈਲਿੰਗ ਪ੍ਰਾਈਸ ਗ੍ਰੇਟਰ ਵੈਨਕੂਵਰ ਦੇ ਵਿੱਚ 1.29 ਮਿਲੀਅਨ ਮਾਰਚ ਦੇ ਵਿੱਚ ਆ, ਔਰ ਜਿਹੜਾ ਕਿ ਫਰਵਰੀ ਦੇ ਵਿੱਚ 1.32 ਮਿਲੀਅਨ ਸੀਗਾ। ਸੋ ਇੱਥੇ ਰੇਟ ਵੱਖਰਾ ਆ, ਕੀਮਤਾਂ ਹੋਰ ਥੱਲੇ ਆਈਆਂ ਆ ਤੇ ਪਰ ਜਿਹੜੀ ਇਹ ਹੈਗੇ ਆ ਅਜੇ ਵੀ ਇਹ ਪਿਛਲੇ ਸਾਲ ਮਹੀਨੇ ਨਾਲੋਂ ਜਿਹੜਾ 1.16 ਜਿਹੜਾ ਪਹਿਲਾਂ ਸੀਗਾ ਉਹਦੇ ਨਾਲੋਂ ਅਜੇ ਵੀ ਇਹ 1.29 ਉੱਪਰ ਦੱਸੀ ਜਾ ਰਹੀ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਹੁਣ ਇਸ ਮਾਰਕੀਟ ਵੱਲੋਂ ਦੇਖ ਰਹੇ ਆ ਕਿ ਇਹਦਾ ਟ੍ਰੈਂਡ ਥੱਲੇ ਨੂੰ ਜਾਣ ਦਾ ਸਿਰਫ ਮਾਰਚ ਦੇ ਵਿੱਚ ਹੀ ਖਤਮ ਹੋ ਜਾਂਦਾ, ਅਪ੍ਰੈਲ 'ਚ ਫੇਰ ਸੇਲ ਉੱਤੇ ਚਲੇ ਜਾਂਦੀ ਜਿਸ ਤਰ੍ਹਾਂ ਸਮਰ ਅੱਗੇ ਆਉਂਦੀ ਆ, ਜਾਂ ਇਹ ਲੰਬੇ ਸਮੇਂ ਲਈ ਸੇਲ ਤੇ ਘਰਾਂ ਦੀਆਂ ਕੀਮਤਾਂ ਥੱਲੇ ਨੂੰ ਜਾਂਦੀਆਂ। ਇੱਕ ਬਰਨਬੀ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਹੜੇ ਹੋਮਲੈਸ ਨੇ, ਬਹੁਤ ਸਾਰੇ ਲੋਕ ਜਿਹੜੇ ਬੇਘਰੇ ਕੈਨੇਡਾ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਹੈਗੇ ਆ, ਭਾਵੇਂ ਕਿ ਇਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਆ, ਪਰ ਫਿਰ ਵੀ ਜਿਹੜੇ ਵੀ ਹੈਗੇ ਆ ਸਰਕਾਰ ਮਿਊਨਿਸਪੈਲਿਟੀਜ਼ ਉਹਨਾਂ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰ ਰਹੀਆਂ। ਆਮ ਤੌਰ ਦੇ ਉੱਤੇ ਇਹ ਇੱਕ ਸੁਸਾਇਟੀ ਹੈ ਜਿਹੜੀ ਇਹ ਹੋਮਲੈਸਨੈਸ ਨੂੰ ਬਰਨਬੀ ਦੇ ਵਿੱਚ ਐਡਰੈਸ ਕਰ ਰਹੀ ਆ, ਇੱਕ ਪ੍ਰੋਗਰਾਮ ਲੈ ਕੇ ਆਏ ਆ। ਉਸ ਪ੍ਰੋਗਰਾਮ ਦੇ ਤਹਿਤ ਥਰਸਡੇ ਮਾਰਨਿੰਗ ਵੀਰਵਾਰ ਸਵੇਰੇ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ ਚਰਚ ਦੀ ਨੇਬਰਹੁੱਡ ਦੇ ਵਿੱਚ, ਜਿਹਨੂੰ ਪਹਿਲਾਂ ਸਾਊਥ ਸਾਈਡ ਕਮਿਊਨਿਟੀ ਚਰਚ ਕਹਿੰਦੇ ਸੀ, 7135 ਵਾਕਰ ਐਵਨਿਊ ਦੇ ਉੱਤੇ ਸਥਿਤ ਆ, ਉੱਥੇ ਇੱਕ ਫੈਸਿਲਿਟੀ ਲੈ ਕੇ ਆਉਣਗੇ ਜਿਹਦੇ ਵਿੱਚ ਇਹ ਲੋਕ ਜਿਹੜੇ ਹੋਮਲੈਸ ਨੇ ਉਹ ਫਰੈਸ਼ ਹੋ ਸਕਦੇ ਆ, ਨਹਾ ਸਕਦੇ ਆ। ਇਹਦੇ ਐਗਜ਼ੀਕਿਊਟਿਵ ਡਾਇਰੈਕਟਰ ਕਾਰਲ ਏਨ ਨੇ ਇਹ ਗੱਲਬਾਤ ਦੱਸੀ ਆ। ਉਹ ਕਹਿੰਦੇ ਕਿ ਅਸੀਂ ਜਿਹੜਾ ਇੱਕ ਸਟਿਗਮਾ ਇਹਨਾਂ ਲੋਕਾਂ ਦੇ ਨਾਲ ਜੁੜਿਆ ਆ, ਜਿਨ੍ਹਾਂ ਲੋਕਾਂ ਕੋਲ ਘਰ ਨਹੀਂ ਹੁੰਦੇ, ਉਹਨਾਂ ਦੇ ਨਹਾਉਣ ਧੋਣ ਦਾ ਪ੍ਰਬੰਧ ਵੀ ਕਿਤੇ ਨਹੀਂ ਹੁੰਦਾ ਤੇ ਉਹ ਸ਼ਾਵਰ ਵੀ ਕਿਤੇ ਨਹੀਂ ਲੈ ਸਕਦੇ। ਕਹਿੰਦੇ ਅਸੀਂ ਇਸ ਥਾਂ ਦੇ ਉੱਤੇ ਹਰ ਵੀਰਵਾਰ ਇੰਨੇ ਚਿਰ ਦੇ ਲਈ ਲੈ ਕੇ ਆਵਾਂਗੇ ਤਾਂ ਕਿ ਇੱਕ ਤਾਂ ਇਹ ਉਹਦੇ ਨਾਲ ਜਿਹੜੇ ਅਰੋਗ ਰਹਿਣਗੇ, ਸਾਫ਼ ਸੁਥਰੇ ਰਹਿਣਗੇ ਤੇ ਇਹਨਾਂ ਦੇ ਵਿੱਚ ਇੱਕ ਆਪਣੇ ਆਪ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪੈਦਾ ਹੋਊਗੀ। ਉਹ ਕਹਿੰਦੇ ਜਿਹੜੇ ਬਹੁਤ ਸਾਰੇ ਜਿਨ੍ਹਾਂ ਲੋਕਾਂ ਕੋਲ ਘਰ ਨਹੀਂ, ਉਹਨਾਂ ਕੋਲ ਕੰਮ ਹੈਗੇ ਆ, ਉਹ ਕੰਮ ਵੀ ਕਰਦੇ ਆ। ਕਈ ਤਰ੍ਹਾਂ ਦੀ ਸਾਡੇ ਮਨ ਦੇ ਵਿੱਚ ਉਹ ਗੱਲਾਂ ਬਣੀਆਂ ਹੁੰਦੀਆਂ ਨੇ ਲੋਕਾਂ ਦੇ ਲਈ, ਪਰ ਉਹਨਾਂ ਦੇ ਕੋਲ ਕਿਤੇ ਵੀ ਇਹ ਵਾਸ਼ਅਪ ਦੇ ਲਈ ਜਗ੍ਹਾ ਹੀ ਨਹੀਂ ਹੈ। ਤੇ ਹੁਣ ਇਹ ਸੁਸਾਇਟੀ ਦੇ ਕੋਲ ਜਿਹੜੀ ਕਿ $1,00,000 ਤੋਂ ਜ਼ਿਆਦਾ ਦੀ ਕਹਿੰਦੇ ਗ੍ਰਾਂਟ ਵੀ ਹੈਗੀ ਹੈ ਯੂਨੀਅਨ ਆਫ BC ਮਿਊਨਿਸਪੈਲਿਟੀਜ਼ ਤੋਂ ਇਹ ਪ੍ਰੋਗਰਾਮ ਨੂੰ ਆਪਰੇਟ ਕਰਨ ਦੇ ਲਈ। ਇਹਨਾਂ ਨੇ ਆਪਣੀ ਕਿਸਮ ਦਾ ਇੱਕ ਇਹ ਪਹਿਲਾ ਜਿਹੜਾ ਸ਼ੁਰੂ ਕੀਤਾ ਹੈ ਫ੍ਰੀ ਮੋਬਾਈਲ ਸ਼ਾਵਰ ਲੋਅਰ ਮੇਨਲੈਂਡ ਦੇ ਵਿੱਚ। ਤੇ ਇਹਦੇ ਵਿੱਚ ਮੋਬਾਈਲ ਫੈਸਿਲਿਟੀ ਆ ਜਿਹੜੀ ਕੈਨੇਡੀਅਨ ਕੰਪਨੀ ਇੱਕ ਨਿਊ ਟੋਇਲਟ ਆ ਉਹਨਾਂ ਨੇ ਬਣਾਈ ਹੈ। 2 ਯੂਨਿਟ ਇਹਦੇ ਵਿੱਚ ਹੋਣਗੇ ਜਿਹੜੇ ਆਪਣੇ ਸਾਈਮਲਟੇਨੀਅਸਲੀ ਇੱਕੋ ਵੇਲੇ ਦੋਵਾਂ ਨੂੰ ਵਰਤਿਆ ਜਾ ਸਕਦਾ ਹੈ। ਦੋਵਾਂ ਦੇ ਵਿੱਚ ਸ਼ਾਵਰ ਆ, ਟੋਇਲਟ ਆ, ਸਿੰਕ ਆ
ਤੇ 15 ਮਿੰਟ ਦਾ ਸ਼ਾਵਰ ਤੁਸੀਂ ਇੱਥੇ ਲੈ ਸਕਦੇ ਆ। ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਇਹਦਾ ਹਾਈਜੀਨ ਦਾ ਵੀ ਕਾਫੀ ਖਿਆਲ ਰੱਖਿਆ ਜਾ ਰਿਹਾ। ਇਹਨੂੰ ਡਿਸਇਨਫੈਕਟ ਕਰਨ ਦੇ ਲਈ ਜਿਹੜਾ ਟ੍ਰੇਲਰ ਦੇ ਵਿੱਚ ਡਿਸਇਨਫੈਕਟਿੰਗ ਅਲਟਰਾਵਾਇਲਟ UV ਲਾਈਟਸ ਦਾ ਵੀ ਪ੍ਰਬੰਧ ਆ। ਸੋ ਇਹ ਇਹਨਾਂ ਲੋਕਾਂ ਦੇ ਲਈ, ਇੱਕ ਉਹਨਾਂ ਦੀ ਡਿਗਨਿਟੀ ਦੇ ਲਈ, ਉਹਨਾਂ ਦੀ ਸਾਫ ਸਫਾਈ ਦੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਆਪਣੇ ਆਪ ਦੇ ਤਰ੍ਹਾਂ ਦਾ ਇੱਕ ਵੱਖਰਾ ਪ੍ਰੋਗਰਾਮ ਆ, ਇਹਦੀ ਚਰਚਾ ਵੀ ਸਾਰੇ ਪਾਸੇ ਹੋ ਰਹੀ ਆ ਤੇ ਇਹ ਇੱਕ ਇਸ ਸਮੱਸਿਆ ਨੂੰ ਐਡਰੈਸ ਕਰਨ ਦੇ ਲਈ ਬਹੁਤ ਚੰਗਾ ਪ੍ਰੋਗਰਾਮ ਦੱਸਿਆ ਜਾ ਰਿਹਾ। ਰਸ਼ੀਆ ਯੂਕਰੇਨ ਯੁੱਧ ਉਸੇ ਤਰ੍ਹਾਂ ਜਾਰੀ ਆ। 55ਵਾਂ ਦਿਨ ਅੱਜ ਹੋ ਗਿਆ ਇਸ ਲੜਾਈ ਨੂੰ ਚੱਲਦਿਆਂ ਨੇ। ਯੂਕਰੇਨ ਦੇ ਕੁਝ ਸਮਾਂ ਪਹਿਲਾਂ ਬਲੈਕ ਸੀ ਦੇ ਵਿੱਚ ਰੂਸ ਦੇ ਸਭ ਤੋਂ ਵੱਡੇ ਜੰਗੀ ਜਹਾਜ਼ ਮਾਸਕੋਵਾ ਨੂੰ ਤਬਾਹ ਕਰ ਦਿੱਤਾ ਸੀ। ਇਹ ਸ਼ਿਪ ਦੀ ਤਬਾਹੀ ਦੀ ਝਲਕ ਹੁਣ ਲੋਕਾਂ ਦੇ ਸਾਹਮਣੇ ਆਈ ਹੈ। ਯੂਕਰੇਨ ਦਾ ਦਾਅਵਾ ਆ ਕਿ ਉਹਨੇ ਮਿਜ਼ਾਈਲ ਅਟੈਕ ਦੇ ਵਿੱਚ ਉਹਦੇ ਮਿਜ਼ਾਈਲ ਅਟੈਕ ਦੇ ਨਾਲ ਮਾਸਕੋਵਾ ਜਹਾਜ਼ ਡੁੱਬਿਆ, ਜਦੋਂ ਕਿ ਰੂਸ ਇਹ ਕਹਿੰਦਾ ਸੀ ਕਿ ਇਹ ਸਿਰਫ ਅੱਗ ਲੱਗਣ ਦੇ ਨਾਲ ਹੋਇਆ, ਨਾ ਕਿ ਯੂਕਰੇਨ ਦੇ ਅਟੈਕ ਦੇ ਨਾਲ। ਦੂਜੇ ਪਾਸੇ ਜਿਹੜਾ ਜ਼ਪੋਰੀਝੀਆ ਦੇ ਨੂੰ ਲੈ ਕੇ ਜਿਹੜੀ ਸਰਕਾਰ ਆ ਉਹ ਦਾਅਵਾ ਕਰ ਰਹੀ ਆ ਕਿ ਉਹਨੇ 155 ਨਾਗਰਿਕਾਂ ਨੂੰ ਕਿਡਨੈਪ ਕੀਤਾ ਹੈ, ਜਿਹਦੇ 'ਚ 66 ਨੂੰ ਰਿਹਾ ਕਰ ਦਿੱਤਾ ਗਿਆ। ਯਾਨੀ ਕਿ ਹੁਣ ਤੱਕ ਵੀ 69 ਨਾਗਰਿਕ ਕੈਦ ਦੇ ਵਿੱਚ ਹੈਗੇ ਆ। ਮਰੀਆਪੂਲ ਫੇਰ ਕੇਂਦਰ ਦੇ ਵਿੱਚ ਆ, ਫੋਕਸ ਦੇ ਵਿੱਚ ਆ। ਸੈਂਕੜੇ ਲੋਕ ਹਜੇ ਵੀ ਸਟੀਲ ਪਲਾਂਟ ਦੇ ਵਿੱਚ ਲੁਕੇ ਆ। ਉਹਨਾਂ ਨੂੰ ਹਿਊਮਨ ਕੋਰੀਡੋਰ ਦੀ ਮੰਗ ਕਰ ਰਿਹਾ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਬਾਹਰ ਕੱਢਿਆ ਜਾਵੇ। ਰੂਸ ਦੇ ਤੀਸਰੇ ਰੈਂਕ ਦੇ ਕਪਤਾਨ ਤੇ ਲੈਂਡਿੰਗ ਜਹਾਜ਼ ਸੀਜ਼ਰ ਕੋਨੇਵਿਕੋਵ ਨੇ ਕਮਾਂਡਰ ਅਲੈਗਜ਼ੈਂਡਰ ਚਿਰਵਾ ਯੂਕਰੇਨ ਯੁੱਧ ਦੇ ਵਿੱਚ ਸੂਤਰਾਂ ਮੁਤਾਬਕ ਮਾਰੇ ਜਾ ਚੁੱਕੇ ਆ। ਯੂਕਰੇਨ ਦੇ ਇਰਪਿਨ ਸ਼ਹਿਰ ਦੇ ਵਿੱਚ 269 ਲੋਕਾਂ ਦੀਆਂ ਕਬਰਾਂ ਮਿਲੀਆਂ। ਇਹ ਸਾਰੇ ਨਾਗਰਿਕ ਆ ਜਿਹੜੇ ਰੂਸੀ ਹਮਲੇ ਦੇ ਵਿੱਚ ਮਾਰੇ ਗਏ ਆ। ਪੁਤਿਨ ਨੇ ਇਹ ਗੱਲ ਕਹੀ ਆ ਕਿ ਰੂਸ ਦੇ ਉੱਤੇ ਜਿਹੜੀਆਂ ਪਾਬੰਦੀਆਂ ਇਹਨਾਂ ਪੱਛਮੀ ਦੇਸ਼ਾਂ ਨੇ ਲਾਈਆਂ, ਸਮੇਤ ਕੈਨੇਡਾ, ਅਮਰੀਕਾ, ਵੀ ਇਹਨਾਂ ਦੇ ਨਾਲ ਰੂਸ ਦਾ ਨੁਕਸਾਨ ਨਹੀਂ ਹੋਇਆ, ਨੁਕਸਾਨ ਇਹਨਾਂ ਦਾ ਹੀ ਉਲਟਾ ਹੋਇਆ ਆ। ਅੱਜ ਕੈਨੇਡਾ ਨੇ ਵੀ ਰੂਸ ਦੇ ਕੁਝ ਅਮੀਰਾਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ। ਯੂਕਰੇਨ ਦੇ ਉੱਤੇ ਪਰਮਾਣੂ ਹਮਲੇ ਦਾ ਖਤਰਾ ਉਸੇ ਤਰ੍ਹਾਂ ਬਰਕਰਾਰ ਆ। ਰੂਸ ਯੂਕਰੇਨ ਬਾਰਡਰ ਦੇ ਨੇੜੇ ਰੂਸ ਨੇ UT-160 ਬੰਬਰ ਦੇਖੇ ਗਏ ਆ। ਇਹ ਜੈਟਸ ਦਾ ਇਸਤੇਮਾਲ ਪਰਮਾਣੂ ਬੰਬ ਸਿੱਟਣ ਦੇ ਲਈ ਕੀਤਾ ਜਾਂਦਾ ਤੇ ਹੁਣ ਡਰ ਇਹੀ ਆ ਵੀ ਕਿਤੇ ਰੂਸ ਪਰਮਾਣੂ ਬੰਬਾਂ ਦੀ ਵਰਤੋਂ ਨਾ ਸ਼ੁਰੂ ਕਰ ਦੇਵੇ। ਉਧਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੇ ਲਈ ਵੀ ਫਾਰਮ ਭਰ ਦਿੱਤਾ ਹੈ। ਵਲਾਦੀਮੀਰ ਜ਼ੈਲੈਂਸਕੀ ਜਿਹੜੀ ਨੈਟੋ ਦੀ ਮੈਂਬਰਸ਼ਿਪ ਦੇ ਲਈ ਯੁੱਧ ਦਾ ਖਤਰਾ ਮੁੱਲ ਲਿਆ, ਔਰ ਜਿਹੜਾ ਰੌਲਾ ਹੀ ਸਾਰਾ ਇਸੇ ਗੱਲ ਦਾ ਸੀ। ਰੂਸ ਨੂੰ ਲੱਗਦਾ ਸੀ ਕਿ ਯੂਕਰੇਨ ਨੈਟੋ ਦੇ ਵਿੱਚ ਸ਼ਾਮਲ ਹੋ ਜਾਊਗਾ ਅਤੇ ਇਹਨਾਂ ਅਮਰੀਕਾ ਵਰਗੇ ਦੇਸ਼ਾਂ ਨੂੰ ਸਾਡੇ ਮੁੱਢ ਅੱਡਾ ਮਿਲ ਜਾਊਗਾ ਸਾਡੀ ਤਬਾਹੀ ਕਰਨ ਦੇ ਲਈ, ਅਤੇ ਇਹ ਮੈਂਬਰਸ਼ਿਪ ਤੋਂ ਮਨ੍ਹਾ ਕਰਦੇ ਸੀ। ਅਤੇ ਯੂਕਰੇਨ ਜਿਹੜਾ ਆ ਉਹ ਇਹ ਮੈਂਬਰਸ਼ਿਪ ਚਾਹੁੰਦਾ ਸੀ। ਹੁਣ ਤੱਕ ਨੈਟੋ ਨੇ ਉਹਨਾਂ ਨੂੰ ਮਤਲਬ ਪੂਰੇ ਹਥਿਆਰ ਵੀ ਉਹਨਾਂ ਨੂੰ ਨਹੀਂ ਮਿਲੇ, ਅਤੇ ਹੁਣ ਜ਼ੈਲੈਂਸਕੀ ਨੇ ਯੂਰਪ ਯੂਨੀਅਨ ਦੀ ਮੈਂਬਰਸ਼ਿਪ ਦੇ ਲਈ ਦੱਸਦੇ ਆ ਕਿ ਫਾਰਮ ਭਰ ਦਿੱਤਾ, ਜਿਹਦੇ ਨਾਲ ਵੱਖਰੀਆਂ ਸਮੀਕਰਨਾਂ ਪੂਰੀ ਦੁਨੀਆ ਦੀ ਰਾਜਨੀਤੀ ਦੇ ਵਿੱਚ ਬਣ ਸਕਦੀਆਂ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਨਾਲ ਰੀਅਲ ਐਸਟੇਟ ਮਾਰਕੀਟ ਬਾਰੇ। ਹੋ ਕੀ ਰਿਹਾ ਇਸ ਵੇਲੇ, ਕੀਮਤਾਂ ਥੱਲੇ ਜਾਣਗੀਆਂ ਉੱਪਰ ਜਾਣਗੀਆਂ, ਇਸ ਵੇਲੇ ਕੀ ਸਥਿਤੀ ਹੈ। ਅੱਜ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਅੰਕੜੇ ਸਾਹਮਣੇ ਆ ਰਿਹਾ ਮਾਰਚ ਮਹੀਨੇ ਦੇ। ਸਾਫ਼ ਤੌਰ 'ਤੇ ਕਿਹਾ ਗਿਆ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਆਈ ਆ ਅਤੇ ਘਰਾਂ ਦੀ ਸੇਲ ਦੇ ਵਿੱਚ ਵੀ ਕਮੀ ਆਈ ਆ ਪੂਰੇ ਕੈਨੇਡਾ ਦੇ ਵਿੱਚ। ਹੁਣ ਇਹ ਇੱਕ ਮਹੀਨੇ ਨੂੰ ਇਹ ਟਰੈਂਡ ਮੰਨ ਲਿਆ ਜਾਵੇ ਕਿ ਇੱਕ ਥਾਂ ਦੇ ਉੱਤੇ ਜਾ ਕੇ ਮਾਰਕੀਟ ਰੁਕਣੀ ਸੀ, ਉਹ ਰੁਕ ਗਈ ਆ। ਜੇ 3% ਤੱਕ ਘਰਾਂ ਦੀਆਂ ਕੀਮਤਾਂ ਦੇ ਵਿੱਚ ਕਮੀ ਆ ਗਈ ਆ, ਅਤੇ ਇਹ ਅਪ੍ਰੈਲ ਮਹੀਨੇ ਦੇ ਜਦੋਂ ਅੰਕੜੇ ਸਾਹਮਣੇ ਆਉਣਗੇ ਤਾਂ ਹੋਰ ਜ਼ਿਆਦਾ ਹੋਊਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਹੋਊਗੀ, ਜਾਂ ਇਹ ਸਿਰਫ ਇੱਕ ਮਹੀਨੇ ਲਈ ਆ, ਮਾਰਕੀਟ ਅਜੇ ਥੱਲੇ ਨਹੀਂ ਗਈ। ਡਾਕਟਰ ਗੁਰਵਿੰਦਰ ਸਿੰਘ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਇਹ ਹੁਣ ਕੀ ਟਰੈਂਡ ਆ ਇਸ ਵੇਲੇ ਮਾਰਚ ਦੇ ਵਿੱਚ, ਸੇਲ ਅਤੇ ਕੀਮਤਾਂ ਘਟ ਗਈਆਂ ਜਾਂ ਨਹੀਂ ਜੀ? ਪਹਿਲਾਂ ਤਾਂ ਜਸਕਰਨ ਸਿੰਘ ਜੀ, ਇਹ ਸਾਡੀ ਕਮਿਊਨਿਟੀ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਵਧਾਉਣ 'ਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਅਤੇ ਰੋਕਣ ਦੇ ਵਿੱਚ ਵੀ। ਜਿਹੜੇ ਤਾਂ ਆਪਣੇ ਕਮਿਊਨਿਟੀ ਤੋਂ ਵੱਖਰੇ ਆ ਉਹਨਾਂ ਦੇ ਤਕਰੀਬਨ ਸੇਲਸ ਜਦੋਂ ਅਸੀਂ ਕੁੱਲ ਮਿਲਾ ਕੇ ਕੱਢਦੇ ਹਾਂ, ਉਹਨਾਂ 'ਚ ਅੰਕੜੇ ਤਕਰੀਬਨ ਸਿਮਿਲਰ ਹੀ ਨੇ। ਗੈਰ ਭਾਈਚਾਰੇ ਸਾਡੇ ਤੋਂ ਇਲਾਵਾ ਜਿਹੜੇ ਨੇ, ਅਸੀਂ ਰੀਅਲ ਸਟੇਟ ਦੇ ਵਿੱਚ ਕਈ ਵਾਰ ਦੇਖਦੇ ਹਾਂ ਕਿ ਜਿਹੜੇ ਖਰੀਦ ਰਹੇ ਨੇ ਉਹ ਕਿਸ ਸ਼ਹਿਰ ਦੇ ਵਿੱਚ ਇੱਕਦਮ ਮਾਰਕੀਟ ਵੱਧਦੀ ਹੈ, ਕਿੱਥੇ ਘਟਦੀ ਹੈ। ਓਵਰਆਲ ਮੈਟਰੋਪੋਲੀਟਨ ਵੱਡੇ ਸ਼ਹਿਰ ਜਿੱਥੇ ਇਮੀਗ੍ਰੈਂਟ ਭਾਈਚਾਰੇ ਬਹੁਤ ਆਏ ਨੇ, ਜਿਨ੍ਹਾਂ 'ਚੋਂ ਅਸੀਂ ਵੀ, ਸਾਡੇ ਲੋਕ ਵੀ ਨੇ, ਉੱਥੇ ਫਰਕ ਬਹੁਤ ਜ਼ਿਆਦਾ ਪਿਆ, ਕਿਉਂਕਿ ਕੀਮਤਾਂ ਵਧੀਆਂ ਵੀ ਉੱਥੇ ਸਨ ਜ਼ਿਆਦਾ।
ਮਤਲਬ ਹੁਣ ਰੁਕ ਗਈਆਂ ਕਿ ਘਟ ਗਈਆਂ ਜੀ? ਇਸ ਵੇਲੇ ਜਿਹੜੀਆਂ ਜਨਵਰੀ ਤੇ ਫਰਵਰੀ 2 ਮਹੀਨੇ ਜਿਹੜੀਆਂ ਕਿ ਅਣਕਿਆਸੀਆਂ ਕੀਮਤਾਂ ਵਧੀਆਂ ਸੀ, ਇਹ 2 ਮਹੀਨੇ ਦਾ ਜੇ ਤੁਸੀਂ ਵਕਫਾ ਦੇਖੋ, ਪਹਿਲੇ ਨਵੰਬਰ ਦਸੰਬਰ ਤੋਂ ਬਾਅਦ ਤਾਂ ਇੰਨਾ ਕੁ ਜੰਪ ਕੀਤਾ, ਇਉਂ ਲੱਗਦਾ ਸੀ ਕਿ ਇਹ ਕੀਮਤਾਂ ਕਿਤੇ ਰੁਕਣਗੀਆਂ ਵੀ ਕਿ ਨਹੀਂ। ਅਸਲ 'ਚ ਜਿੱਥੇ ਨਵੰਬਰ ਦਸੰਬਰ ਦੀਆਂ ਕੀਮਤਾਂ ਸਨ ਉੱਥੇ ਆ ਗਈਆਂ, ਜਿਹੜੀਆਂ 2 ਮਹੀਨੇ ਜੰਪ ਕੀਤੀਆਂ ਬਹੁਤ ਜ਼ਿਆਦਾ, ਜਿਹੜੀਆਂ ਕਿ ਆਊਟ ਆਫ ਕਿਸੇ ਦੀ ਐਕਸਪੈਕਟੇਸ਼ਨ ਤੋਂ ਸੀਗੀਆਂ, ਉਹ ਰੁਕੀਆਂ। ਸੋ ਇਹਨੂੰ ਹੁਣ ਦੂਸਰੇ ਸ਼ਬਦਾਂ 'ਚ ਇਹ ਕਹਿ ਲਵੇ ਕੋਈ ਕਿ ਕੀਮਤਾਂ ਡਿੱਗ ਪਈਆਂ, ਮੈਂ ਇਹ ਨਹੀਂ ਮੰਨਦਾ, ਡਿੱਗੀਆਂ ਨਹੀਂ। ਖੜੋਤ ਵਾਲੀ ਤੁਹਾਡੀ ਗੱਲ ਬਿਲਕੁਲ ਬਾਖੂਬੀ ਸਹੀ ਹੈ ਕਿ ਇੱਕ ਜਿਹੜਾ ਉੱਥੇ ਠਹਿਰਾਓ ਆਇਆ, ਇਹ ਕਿੰਨਾ ਕੁ ਠਹਿਰਾਓ ਰਹੇਗਾ, ਕਿ ਇਸ ਦੇ ਨਾਲ ਮੌਰਗੇਜ ਦੇ ਜਿਹੜੇ ਰੇਟ ਆ ਉਹ ਬੰਨੇ ਹੋਏ ਨੇ, ਇੰਟਰਸਟ ਰੇਟ ਆ ਜਿਹੜੇ ਉਹਦਾ ਫਰਕ ਪਏਗਾ, ਕਿ ਇਸ ਦੇ ਵਿੱਚ ਜਿਹੜਾ ਡਿਮਾਂਡ ਐਂਡ ਸਪਲਾਈ ਦੋਹਾਂ ਦੇ ਪੱਧਰ ਦਾ ਫਰਕ ਪਏਗਾ। ਕਿਉਂਕਿ ਵੱਡੀ ਗੱਲ ਇਹ ਹੈ ਕਿ ਜਿਹੜੇ ਖਰੀਦਦਾਰ ਸਨ ਪਹਿਲਾਂ ਉਹਨਾਂ ਦੀ ਬਹੁਤ ਗਿਣਤੀ ਸੀ, ਹੁਣ ਕੀ ਹੋਇਆ ਜਦੋਂ ਇੱਕਦਮ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਕੀਮਤਾਂ ਜਿਹੜੀਆਂ ਰੁਕ ਗਈਆਂ ਨੇ, ਤੇ ਖਰੀਦਦਾਰ ਦੇ ਅੰਦਰ ਇਹ ਖਿਆਲ ਆ ਗਿਆ ਵੀ ਹੋਰ ਵੀ ਰੁਕਣਗੀਆਂ, ਇਹ ਤਾਂ ਡਿੱਗਣਗੀਆਂ। ਘਰਾਂ ਨੂੰ ਵੜ ਗਏ, ਤੁਸੀਂ ਸੱਦੋ ਵੀ ਕੀਮਤ ਵਾਜਬ ਆ ਹੁਣ ਤਾਂ, ਨਹੀਂ ਜੀ ਮਹੀਨਾ 2 ਮਹੀਨੇ ਠਹਿਰੋ, ਡਿੱਗਣਗੀਆਂ। ਹੁਣ ਇਸ ਪ੍ਰਸੰਗ ਨੂੰ ਜੇਕਰ ਸੈਲਰ ਦੇ ਨਜ਼ਰੀਏ ਤੋਂ ਦੇਖੀਏ, ਸੈਲਰ ਕੀਮਤ 'ਤੇ ਘਰ ਜਿਹੜਾ ਹੈ ਇੱਕ ਖਾਸ ਕੀਮਤ 'ਤੇ ਵੇਚਣਾ ਚਾਹੁੰਦਾ ਹੈ। ਉਸ ਤੋਂ ਬਾਅਦ ਉਹਦਾ ਤੈਅ ਹੁੰਦਾ ਕਿ ਜੇ ਤਾਂ ਨਫਾ ਇਹ ਤੋਂ ਵੱਧ ਹੋਏਗਾ ਠੀਕ ਆ, ਜੇ ਇਸ ਤੋਂ ਵੀ ਥੱਲੇ ਮੈਨੂੰ ਵੇਚਣਾ ਪਏ ਤਾਂ ਮੈਂ ਇਹਨੂੰ ਵੇਚਣ ਦੀ ਥਾਂ 'ਤੇ ਰੱਖ ਲਵਾਂਗਾ, ਜਦੋਂ ਕੱਲ੍ਹ ਨੂੰ ਮਾਰਕੀਟ ਬਦਲੇਗੀ ਤਾਂ ਉਦੋਂ ਵੇਚ ਦਿਆਂਗਾ। ਸੋ ਹੁਣ ਜਦੋਂ ਡਿਮਾਂਡ ਹੀ ਇਸ ਤਰ੍ਹਾਂ ਦੀ ਲੋਕਾਂ ਦੀ ਘਟ ਗਈ ਅਤੇ ਸਪਲਾਈ ਥੱਲੇ ਆ ਗਈ, ਤਾਂ ਅਖੀਰ ਨੂੰ ਫਿਰ ਇਸੇ ਤਰ੍ਹਾਂ ਦਾ ਕੁਝ ਮਹੀਨਿਆਂ ਦੇ ਬਾਅਦ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਣਾ। ਪਰ ਹੁਣ ਇਸ ਵੇਲੇ ਖੜੋਤ ਆ ਕੀਮਤਾਂ ਦੇ ਵਿੱਚ, ਅਤੇ ਇਹ ਫਰਕ ਜਿਹੜਾ ਹੈ ਮਾਰਕੀਟ 'ਤੇ ਪਿਆ। ਡਾਕਟਰ ਸਾਹਿਬ, ਕੀਮਤਾਂ ਘਟੀਆਂ ਪਹਿਲਾਂ ਨਾਲੋਂ, ਮਤਲਬ ਜਿਹੜੀਆਂ ਫਰਵਰੀ ਜਨਵਰੀ ਦੇ ਵਿੱਚ ਸੀਗੀਆਂ, ਮਾਰਚ ਵਿੱਚ ਉਹਦੇ ਨਾਲੋਂ ਘਟ ਗਈਆਂ, ਅਤੇ ਆਉਣ ਵਾਲੇ ਦਿਨਾਂ 'ਚ ਕਿੰਨਾ ਕੁ ਚਿਰ ਟਰੈਂਡ ਹੋ ਸਕਦਾ, ਜਾਂ ਇੱਕ ਅੱਧਾ ਮਹੀਨਾ ਹੀ ਹੁੰਦਾ ਜੀ? ਜਦੋਂ ਅਸੀਂ ਪਿਛਲੇ ਸਮੇਂ ਦੌਰਾਨ ਕੋਵਿਡ ਤੋਂ ਪਹਿਲਾਂ ਦੇ ਹਾਲਾਤ ਨੂੰ ਦੇਖੀਏ, ਉਸ ਵੇਲੇ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਇਹ ਵੀ ਸਨ ਕਿ ਹੁਣ ਜਿਹੜਾ ਮਾਹੌਲ ਹੈ, ਕੋਵਿਡ ਆ ਗਿਆ ਥੱਲੇ ਜਾਊਗਾ ਜਾਂ ਹੋਰ ਹੈ, ਪਰ ਹੋਇਆ ਇਸ ਦੇ ਬਿਲਕੁਲ ਉਲਟ। ਪਤਾ ਨਹੀਂ ਕਿੰਨਾ ਕੁ ਚਿਰ ਵੱਧਦਾ ਰਿਹਾ। ਸੋ ਇਹ ਕਹਿਣਾ ਬੜਾ ਔਖਾ ਹੁੰਦਾ ਕਿ ਕਿੰਨਾ ਕੁ ਚਿਰ ਲੋਕਾਂ ਦੇ ਮਾਨਸਿਕਤਾ ਦੇ ਉੱਪਰ ਅਸਰ ਪਏਗਾ। ਪਰ ਜਿਵੇਂ 0.5% ਹੈ ਜਿਹੜਾ ਇੰਟਰਸਟ ਰੇਟ ਆ, ਜੇਕਰ ਦੂਸਰੇ ਸ਼ਬਦਾਂ 'ਚ ਦੇਖੀਏ, ਜਦੋਂ ਪਹਿਲਾਂ ਕੁਆਲੀਫਾਈ ਕਰਨ ਦੇ ਵਾਸਤੇ ਇੱਕ ਵਧੀਆ ਮਾਹੌਲ ਸੀ ਮੌਰਗੇਜ ਦਾ, ਹੁਣ ਉਸ ਦੇ ਵਿੱਚ ਇਸ ਇੰਟਰਸਟ ਰੇਟ ਦਾ ਜਿਹੜਾ ਹੁਣ ਦਾ ਮਾਹੌਲ ਹੈ, ਇਸ ਨੇ ਚਾਹੇ ਕੀਮਤਾਂ ਨੂੰ ਥੋੜ੍ਹਾ ਰੋਕ ਦਿੱਤਾ ਇਸ ਵੇਲੇ, ਪਰ ਲੋਕਾਂ ਨੂੰ ਫਾਇਦਾ ਓਨਾ ਨਹੀਂ ਹੋ ਰਿਹਾ, ਇਸ ਦਾ ਨੁਕਸਾਨ ਹੋ ਰਿਹਾ। ਚਾਹੇ ਕੀਮਤ ਜੇ 2 ਮਹੀਨੇ ਜਨਵਰੀ ਅਤੇ ਫਰਵਰੀ ਦੀ ਹੈ ਜਿਹੜੀ ਵਧੀ ਸੀ, ਉਹ ਫਿਰ ਵਾਪਸ ਉੱਥੇ ਹੀ ਆ ਗਈ ਹੈ ਜਿੱਥੇ ਦਸੰਬਰ 'ਚ ਸੀ। ਪਰ ਦਸੰਬਰ ਵਾਲੀ ਕੀਮਤ ਪਹਿਲਾਂ ਹੀ ਜਿਹੜੀ ਉਹ ਪਿਛਲੇ ਮਹੀਨੇ ਜੂਨ ਜੁਲਾਈ 'ਚ ਸੀ, ਉਹ ਕਾਫੀ ਵੱਧ ਚੁੱਕੀ ਸੀ। ਸੋ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਕੀਮਤਾਂ ਅਜੇ ਵੀ ਡਿੱਗੀਆਂ ਜਾਂ ਘਟੀਆਂ ਨਹੀਂ, ਕਾਫੀ ਨੇ ਮਾਰਕੀਟ ਦੇ ਮੁਤਾਬਕ, ਪਰ ਇਹ ਰੋਕ ਜਿਹੜੀ ਹੈ ਇਹ ਲੱਗੀ ਹੈ। ਕਿੰਨਾ ਕੁ ਸਮਾਂ ਲੱਗੇਗੀ ਇਹਦੇ 'ਚ ਭਵਿੱਖਬਾਣੀ ਔਖੀ ਹੈ, ਪਰ ਨਜ਼ਰ ਇਹ ਅਸਾਰ ਆ ਰਿਹਾ ਹੈ ਕਿ ਲੋਕ ਹਾਲ ਦੀ ਘੜੀ ਜਿਹੜਾ ਖਰੀਦਣ ਦੇ ਥਾਂ 'ਤੇ ਇੰਤਜ਼ਾਰ ਕਰਨ ਵੱਲ ਨੂੰ ਝੁਕੇ ਨੇ। ਜਿਹੜਾ ਇੰਟਰਸਟ ਰੇਟ ਆ, ਇਹ ਕਿੱਡਾ ਕੁ ਵੱਡਾ ਫੈਕਟਰ ਆ ਜੀ? ਵੱਧ ਗਿਆ ਹੁਣ ਕਹਿੰਦੇ, ਫਿਰ ਜਦੋਂ ਵੀ ਇਹਨਾਂ ਦੀ ਹੋਇਆ ਉਦੋਂ ਫਿਰ ਉਹਨਾਂ ਨੇ ਵਧਾ ਦੇਣਾ, ਭਾਵੇਂ 0.25 ਵਧਾਉਣ, ਇਹਦਾ ਅਸਰ ਪਊਗਾ ਮਾਰਕੀਟ 'ਤੇ ਵੀ? ਕੁਛ ਕੀਮਤਾਂ ਘਟਣਗੀਆਂ, ਰੁਕਣਗੀਆਂ? ਜਦੋਂ ਬੰਦਾ ਡਰਿਆ ਹੋਵੇ ਉਦੋਂ ਤਾਂ ਮਾੜੀ ਜੀ ਚੁੰਡੀ ਵੀ ਵੱਡੀ ਹੋਵੇ ਨਾ, ਉਹਦਾ ਵੀ ਅਸਰ ਹੋ ਜਾਂਦਾ। ਇਹ ਨਿੱਕੀ ਜਿਹੀ ਗੱਲ ਆ, ਕੁਛ ਵੀ ਜੇ ਉੱਦਾਂ ਦੇਖੀਏ 3% ਤੋਂ ਉੱਪਰ ਇੰਟਰਸਟ ਰੇਟ ਪਹਿਲਾਂ ਜ਼ਿਆਦਾ, ਹੋਰ ਵੀ ਜ਼ਿਆਦਾ ਸੀ। ਜੇ ਥੱਲੇ ਆਏ, ਬਹੁਤ ਥੱਲੇ ਆਏ, ਸਾਨੂੰ ਖਿਆਲ 'ਚ ਨਹੀਂ ਰਹਿੰਦੇ, ਪਰ ਜਦੋਂ ਹੌਲੀ ਹੌਲੀ ਵਾਪਸ ਜਾ ਰਹੇ ਆ ਉਹ ਜ਼ਿਆਦਾ ਤੰਗ ਕਰਦੇ ਆ। ਸੋ ਲੋਕਾਂ ਦੇ ਮਨਾਂ 'ਚ ਇਹ ਹੈ ਕਿ ਹੁਣ ਜੇ ਹੋਰ ਵੱਧ ਗਿਆ ਕੱਲ੍ਹ ਨੂੰ ਕੀ ਹੋਏਗਾ? ਹੋ ਵੀ ਸਕਦਾ, ਸੁਭਾਵਿਕ ਹੀ ਹੈ, ਚਾਹੇ ਹੁਣ 0.5 ਵਧਿਆ ਅਤੇ 0.25 ਵੀ ਵਧੇ ਬਾਅਦ 'ਚ, ਪਰ ਫਰਕ ਜ਼ਰੂਰ ਪਿਆ। ਇਹਨੇ ਮਾਰਕੀਟ ਨੂੰ ਅਸਰਅੰਦਾਜ਼ ਕੀਤਾ। ਪਰ ਫਿਰ ਉੱਥੇ ਹੀ ਗੱਲ ਹੈ ਕਿ ਜਿਹੜੇ ਤਾਂ ਲੋੜਵੰਦ ਨੇ, ਜਿਨ੍ਹਾਂ ਨੇ ਤਾਂ ਘਰ ਲੈਣੇ ਹੀ ਲੈਣੇ ਆ, ਜਿਨ੍ਹਾਂ ਕੋਲ ਕੋਈ ਚਾਰਾ ਨਹੀਂ, ਉਹਨਾਂ ਨੇ ਤਾਂ ਇਸ ਗੱਲ ਨੂੰ ਨਹੀਂ ਦੇਖਣਾ। ਉਹਨਾਂ ਨੇ ਦੇਖਣਾ ਕਿ ਅਸੀਂ ਕੁਆਲੀਫਾਈ ਹੁੰਦੇ ਹਾਂ ਕਿ ਨਾ। ਜਿਨ੍ਹਾਂ ਨੇ ਇਨਵੈਸਟਮੈਂਟ ਕਰਨੀ ਸੀ, ਕਈ ਪ੍ਰਾਪਰਟੀਆਂ ਲੈਣੀਆਂ ਸਨ, ਬਾਅਦ ਦੇ ਵਿੱਚ ਜਾਂ ਉਹਨਾਂ ਨੂੰ ਅਸਾਈਨ ਕਰਕੇ ਵੇਚਣਾ ਸੀ, ਉਹ ਹਾਲ ਦੀ ਘੜੀ ਮਾਰਕੀਟ 'ਚੋਂ ਬਾਹਰ ਹੋ ਗਏ ਆ। ਉਹਨਾਂ ਦੇ ਬਾਹਰ ਹੋਣ ਦੇ ਨਾਲ ਸੁੰਨਾ ਜਿਹਾ ਵਿਹੜਾ ਲੱਗਦਾ। ਅਤੇ ਜਿਹੜੇ ਹੁਣ ਉਸ ਅਨਾਊਂਸਮੈਂਟ ਨੂੰ ਵੀ ਕਾਫੀ ਦਿਨ ਹੋ ਗਿਆ, ਜਿਹੜੀ ਫੈਡਰਲ ਗੌਰਮੈਂਟ ਦੀ ਸੀਗੀ ਕਿ ਅਸੀਂ ਫਲਿੱਪਿੰਗ ਬੰਦ ਕਰ ਦੇਣੀ ਆ, ਅਤੇ ਜਿਹੜਾ ਇਹ ਫੋਰਨ ਬਾਇਰ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕ ਦੇਣਾ, ਉਹਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਡਰ, ਚਿੰਤਾ, ਇਨਵੈਸਟਰਸ ਦਾ ਕੀ ਪ੍ਰਤੀਕਰਮ ਆ ਉਹਦੇ ਪ੍ਰਤੀ? ਜਿਹੜੇ ਬਾਹਰਲੇ ਆ ਉਹਨਾਂ ਦੀ ਤਾਂ ਮੈਨੂੰ ਇਉਂ ਨਹੀਂ ਵੀ ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਅਸਰ ਹੋਵੇ, ਪਰ ਇੰਨਾ ਹੈ ਕਿ ਕੁਛ ਇੱਕ ਪਰਸੈਂਟੇਜ ਜ਼ਰੂਰ ਇਨਵੈਸਟ ਕਰਦੇ ਆ, ਪਰ ਉਹ ਵੱਖਰੀਆਂ ਪ੍ਰਾਪਰਟੀਆਂ ਹੁੰਦੀਆਂ, ਉਹਨਾਂ ਨੇ ਆਮ ਘਰਾਂ 'ਚ ਨਹੀਂ ਇਨਵੈਸਟ ਕਰਨਾ ਹੁੰਦਾ। ਉਹ ਹਾਈ ਪੋਟੈਂਸ਼ੀਅਲ ਵਾਲੀਆਂ ਪ੍ਰਾਪਰਟੀਜ਼ ਹੁੰਦੀਆਂ, ਹਾਈ ਰਾਈਜ਼ ਬਿਲਡਿੰਗਸ ਹੁੰਦੀਆਂ। ਜਿਹੜੀ ਗੱਲ ਦੂਸਰੀ ਹੈ, ਫਲਿੱਪ ਵਾਲੇ 'ਤੇ ਰੋਕ ਲੱਗਣੀ,
ਰੋਕ ਨਹੀਂ, ਬਲਕਿ ਉਹ ਇਹ ਹੈ ਕਿ ਫਿਰ ਦੁਬਾਰਾ ਪ੍ਰੋਪਰਟੀ ਟਰਾਂਸਫਰ ਟੈਕਸ ਤੁਹਾਨੂੰ ਜਿਹੜਾ ਹੈ ਉਹ ਦੇਣਾ ਪੈਣਾ। ਉਹਦੇ ਕਰਕੇ ਬੰਦੇ ਜਿਹੜੇ 20-50 ਹਜ਼ਾਰ ਨਫੇ ਦੇ ਲਈ ਲੈਂਦੇ ਸੀ ਉਹ ਟਿਕ ਗਏ। ਉਹ ਇਸ ਕਰਕੇ ਟਿਕ ਗਏ ਅਤੇ ਖਰਚਾ ਵੀ ਪੈ ਜਾਣਾ ਹੈਗਾ ਨਾ। ਉਹ ਨਾਲੇ ਮਾਰਕੀਟ ਨੂੰ ਦੇਖ ਵੀ ਰਹੇ ਆ ਕਿ ਕਿਤੇ ਇਉਂ ਨਾ ਹੋਵੇ ਅਸੀਂ ਇਸ ਲਈ ਅਸਾਈਨਮੈਂਟ ਲਈ ਲਿਆ ਅਤੇ ਮੁੜ ਕੇ ਨਾ ਵਿਕੇ। ਉਹ ਇਸ ਗੱਲ ਲਈ ਜ਼ਰੂਰ ਡਰ ਗਏ। ਪਰ ਅਸਲੀ ਕੌਣ ਹੈ ਬੰਦਾ? ਅਸਲੀ ਉਹ ਹੈ ਜਿਹੜੇ ਅੱਜ PR ਹੋ ਰਹੇ ਆ ਜਾਂ ਕੁਛ ਚਿਰ ਪਹਿਲਾਂ ਹੋਏ ਆ, ਜਿਹੜੇ ਕਿਰਾਏ 'ਤੇ ਬੈਠੇ ਆ, ਮਹੀਨੇ ਦਾ 20-100 25-2500 ਦਿੰਦੇ ਆ। ਉਹਨਾਂ ਦੀ ਇਹ ਪਹਿਲ ਹੁੰਦੀ ਹੈ ਕਿ ਭਾਈ ਉਹ ਮੌਕਾ ਕਦੋਂ ਆਵੇ ਜਦੋਂ ਅਸੀਂ ਘਰ ਲੈ ਲਈਏ ਅਤੇ ਛੋਟਾ ਲੈ ਲਈਏ, ਨੋਰਮਲ ਲੈ ਲਈਏ। ਉਹਨਾਂ ਵਾਸਤੇ ਇਸ ਵੇਲੇ ਮਾਰਕੀਟ 2-3 ਮਹੀਨਿਆਂ ਤੋਂ ਪਿੱਛੇ ਜਾ ਕੇ ਜਿਹੜੀ ਮਾਰਕੀਟ ਜਿਹੇ ਜਿਹੀ ਸੀ ਉਹੇ ਜਿਹੀ ਹੈ। ਸੋ ਇਸ ਕਰਕੇ ਜਿਹੜੇ ਸੁਲਝੇ ਬਾਇਰ ਨੇ, ਖਰੀਦਦਾਰ ਨੇ, ਉਹ ਇਹਦਾ ਫਾਇਦਾ ਉਠਾ ਰਹੇ ਨੇ। ਪਰ ਇਹ ਚੀਜ਼ ਵੀ ਬਹੁਤ ਅਸਮਾਨ ਨਹੀਂ ਰਹਿੰਦੀ। ਜਦੋਂ ਸੈਲਰ ਇੱਕ ਖਾਸ ਨੁਕਤੇ 'ਤੇ ਆਉਂਦਾ ਤਾਂ ਉਹ ਰੀਅਲਟਰ ਕੋਲ ਜਾਂਦਾ, ਉਹ ਕਹਿੰਦਾ ਵੀ ਹੁਣ ਤੂੰ ਇਉਂ ਕਰ, ਪ੍ਰਾਪਰਟੀ ਮਾਰਕੀਟ 'ਚੋਂ ਕੱਢ ਦੇ, ਮੈਂ ਨਹੀਂ ਵੇਚਣੀ। ਇਸ ਗੱਲ ਦਾ ਖਿਆਲ ਰੱਖ, ਜੇ ਮੈਂ ਵੇਚੂੰਗਾ ਤਾਂ ਇੱਥੋਂ ਤੱਕ ਵੇਚਣਾ, ਇੱਦੋਂ ਥੱਲੇ ਨਹੀਂ। ਹੁਣ ਉਹ ਮੌਕਾ ਹੈ, ਸਹੀ ਬਾਇਰ ਜਿਹੜਾ ਹੈ ਪਰ ਆਪਣੀ ਚਾਦਰ ਦੇਖ ਕੇ, ਪੈਰ ਪਸਾਰ ਕੇ, ਸਮਝ ਕੇ, ਵਿਚਾਰ ਕੇ ਲੈ ਸਕਦਾ ਪ੍ਰਾਪਰਟੀ। ਇਨਵੈਸਟਰ ਜਿਹੜੇ ਹੈ ਜਾਂ ਜਿਹੜੇ ਹੋਰ ਅਲੱਗ-ਅਲੱਗ ਕਿਸਮ ਦੇ ਆ, ਉਹ ਜ਼ਰੂਰ ਮਾਰਕੀਟ 'ਚੋਂ ਬਾਹਰ ਨੇ। ਡਾਕਟਰ ਸਾਹਿਬ, ਆਖਰੀ ਸਵਾਲ, ਪਿੱਛੇ ਜਿਹੇ ਖਬਰ ਆਈ ਸੀ ਕਿ ਸਰੀ ਸੈਂਟਰ ਦੇ ਵਿੱਚ ਇੱਕ ਮਲਟੀ ਜਿਹੜੀ ਸਟੋਰੀ ਬਿਲਡਿੰਗ ਬਣ ਰਹੀ, ਜਿਹੜੀ ਕੌਂਡੋਜ਼ ਬਣ ਰਹੇ ਆ, ਔਰ ਬਣਨੇ ਹਜੇ ਸ਼ਾਇਦ 2024-25 'ਚ ਆ। 48 ਘੰਟਿਆਂ ਦੇ ਵਿੱਚ ਹੀ ਸਾਰੇ ਪ੍ਰੀ ਸੇਲ ਹੋ ਗਈ। ਇਹ ਟਰੈਂਡ ਇੱਦਾਂ ਹੀ ਰਹੂਗਾ ਕਿ ਜਿਹੜਾ ਹੁਣ ਵੱਡੇ ਘਰਾਂ ਤੋਂ ਛੋਟੇ ਤੋਂ ਬਾਅਦ ਫਿਰ ਟਾਊਨ ਹਾਊਸ ਅਤੇ ਹੁਣ ਕੌਂਡੋਜ਼ ਸਰੀ ਦੇ ਵਿੱਚ ਹੋਣਗੇ? ਫਰਕ ਪਏਗਾ ਜੀ। ਉਹ ਇਸ ਕਰਕੇ ਫਰਕ ਪਏਗਾ ਕਿ 2025 ਵਾਲਾ ਜਿਹੜਾ ਸਿਲਸਿਲਾ ਨਾ, ਇਹ ਬਿਲਡਿੰਗਾਂ ਇਕੱਠੀਆਂ ਹੀ ਆਉਣੀਆਂ ਬਹੁਤ। ਇੱਕ ਦੇ ਵਿੱਚ 500-700 ਆ। ਜੇ 8-10-15 ਬਿਲਡਿੰਗਸ 24-25-26 'ਚ ਆ ਗਈਆਂ ਤਾਂ ਸੁੱਖ ਨਾਲ ਬਹੁਤ ਚੰਗੇ ਹੀ ਆ ਜਾਣੇ ਆ ਅਪਾਰਟਮੈਂਟ। ਉਹਨਾਂ 'ਚ ਬਹੁਤਿਆਂ ਨੇ ਇਸ ਕਰਕੇ ਖਰੀਦੇ ਹੋਏ ਆ ਵੀ ਅਸੀਂ ਉਦੋਂ ਜਾ ਕੇ ਵੇਚਾਂਗੇ, 4 ਪੈਸੇ ਬਣਨਗੇ। ਇਸ ਰੁਝਾਨ ਨੂੰ ਵੀ ਸਮਝਣਾ ਪੈਣਾ ਕਿ ਜਦੋਂ ਇੱਕੋ ਦਾ ਮਾਰਕੀਟ 'ਚ ਇੰਨੀ ਸਪਲਾਈ ਆ ਗਈ ਕਿ ਡਿਮਾਂਡ ਵੀ ਉਨੀ ਹੋਏਗੀ। ਸੋ ਇਹ ਹੁਣ ਫਰਕ ਜ਼ਰੂਰ ਪਏਗਾ। ਜਿਹੜੇ 48 ਘੰਟੇ ਵਾਲਾ ਕੰਮ ਸੀ ਹੁਣ ਉਵੇਂ ਨਹੀਂ ਹੋਣਾ। ਹੁਣ ਉਹਨਾਂ ਨੂੰ ਸਬਰ ਤੋਂ ਕੰਮ ਲੈਣਾ ਪੈਣਾ। ਅਤੇ ਸਿਆਣੇ ਜਿਹੜੇ ਇਹਨਾਂ 'ਚੋਂ ਤੇਜ਼ ਤਰਾਰ ਨੇ, ਉਹਨਾਂ ਨੇ ਹੁਣ ਇੱਕਦਮ ਲਿਆਉਣੀਆਂ ਵੀ ਨਹੀਂ ਮਾਰਕੀਟ 'ਚ। ਕੁਝ ਚਿਰ ਉਡੀਕਣਗੇ ਅਤੇ ਜਦੋਂ ਉਹਨਾਂ ਨੂੰ ਲੱਗਿਆ ਵੀ ਹੁਣ ਕੁਛ ਠੀਕ ਹੈ, ਕਿਉਂਕਿ ਪਹਿਲਾਂ ਹੀ ਆਲਰੇਡੀ ਬਹੁਤ ਬਿਲਡਿੰਗਾਂ ਸੈੱਲ ਹੋ ਚੁੱਕੀਆਂ। ਇਹੋ ਜਿਹੀਆਂ ਦਰਜਨਾਂ ਹੀ ਬਿਲਡਿੰਗਾਂ ਨੇ ਜਿਹੜੀਆਂ ਵਿਕ ਚੁੱਕੀਆਂ ਦਿਨਾਂ 'ਚ ਹੀ। ਕਈਆਂ ਦੀ ਜਾਣਕਾਰੀ ਅੰਦਰੋਂ ਅੰਦਰ ਹੀ ਬਹੁਤ ਸਾਰੀਆਂ ਵਿਕੀਆਂ। ਇਹ ਇਕੱਲਾ ਸਰੀ 'ਚ ਨਹੀਂ, ਇਹ ਐਬਸਪੋਰਟ 'ਚ ਵੀ ਹੋਇਆ, ਹੋਰਾਂ ਸ਼ਹਿਰਾਂ 'ਚ। ਪਰ ਹੁਣ ਵੀ ਇਹ ਪ੍ਰੀ ਸੇਲ ਵਾਲੇ ਜਿਹੜਾ ਤੁਸੀਂ ਕਹਿੰਦੇ ਪ੍ਰੀ ਸੇਲ ਜਿਹੜੀ ਹੈ ਉਹਦੇ 'ਤੇ ਵੀ ਅਸਰ ਪਏਗਾ। ਪਰ ਹਾਂ, ਇਹਦੇ ਬਦਲ 'ਚ ਜੇ ਪ੍ਰੀ ਸੇਲ ਘਰ ਨੇ ਥੋੜ੍ਹੇ ਜਿਹੇ ਆਉਂਦੇ ਆ, 8-10 ਹੀ ਹੁੰਦੇ ਆ। ਪ੍ਰੀ ਸੇਲ ਡੁਪਲੈਕਸ ਨੇ ਉਹ ਥੋੜ੍ਹੇ ਜਿਹੇ ਆਉਂਦੇ ਆ। ਉਹਨਾਂ ਦੀ ਦਿਲਚਸਪੀ ਫਿਰ ਵੀ ਲੋਕਾਂ 'ਚ ਬਣੀ ਆ, ਕਿਉਂਕਿ ਉਹ ਵੰਨਗੀ ਹੋ ਗਈ। ਇੱਕ ਵੰਨਗੀ ਦੇ ਵਿੱਚ ਤੁਹਾਡੇ ਕੋਲ ਚੋਇਸ 3000-5000 ਦੀ ਹੈ, ਇੱਕ 'ਚ 5-10 ਦੀ ਹੈ। ਸੋ ਇਹ ਚੀਜ਼ ਇਸ ਤਰ੍ਹਾਂ ਚੱਲੇਗੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਜੀ। ਧੰਨਵਾਦ। ਦੋਸਤੋ, ਰੀਅਲ estate ਮਾਰਕੀਟ ਦੇ ਵਿੱਚ ਵੱਖਰੇ ਟਰੈਂਡ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ। ਮਾਰਚ ਮਹੀਨਾ ਪਿਛਲੇ ਮਹੀਨਿਆਂ ਨਾਲੋਂ ਥੱਲੇ ਗਿਆ ਅਤੇ ਮਾਹਰ ਦੱਸ ਰਹੇ ਆ ਅਜੇ ਕੁਛ ਮਹੀਨੇ ਮਾਰਕੀਟ ਥੱਲੇ ਜਾਊਗੀ। ਸਰੀ ਵਰਗੇ ਸ਼ਹਿਰ ਜਿੱਥੇ ਕਦੇ ਏਕੜ ਦੇ ਵਿੱਚ ਘਰ ਹੁੰਦਾ ਸੀ, ਫਿਰ ਅੱਧਾ ਏਕੜ, ਫਿਰ ਟਾਊਨ ਹਾਊਸ, ਅਤੇ ਹੁਣ ਆਉਣ ਵਾਲਾ ਸਮਾਂ ਕੌਂਡੋਜ਼ ਦਾ ਹੈਗਾ। ਇਹ ਦੱਸਦਾ ਆ ਕਿ ਜਿੱਦਾਂ ਲੋਕ ਆਈ ਜਾਣੇ ਆ, ਉੱਦਾਂ ਘਰਾਂ ਦੇ ਸਾਈਜ਼ ਵਿੱਚ ਬਦਲਾਅ ਆਈ ਜਾਣਾ। ਕੈਮਰਾਮੈਨ ਨਵਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।